ਤੁਹਾਡੇ ਉੱਪਰ ਸਰਕਾਰ ਵੱਲੋਂ UAPA ਲਾ ਦਿੱਤਾ ਗਿਆ ਤੇ ਉਹ ਕੀ ਕਾਰਨ ਕੀ ਸੀ ਉਹ ਸਾਰਾ ਕੁਝ ਦਰਸ਼ਕਾਂ ਨੂੰ ਦੱਸਣ ਦਾ ਯਤਨ ਕਰਦੇ ਇਲਜ਼ਾਮ ਲਾਏ ਜਾਂਦੇ ਆ ਜਿਹਦੇ ਵਿੱਚ ਬਾਬਾ ਮਾਨ ਸਿੰਘ ਜੀ ਦੇ ਜਦੋਂ ਪੱਤਰਕਾਰ ਵੀਰ ਉੱਥੇ ਪੁੱਛਦੇ ਆ ਵੀ ਤੁਸੀਂ ਹਥਿਆਰਾਂ ਦਾ ਕੀ ਖੇਪ ਕਰਨੀ ਸੀ, ਉਹਨਾਂ ਨੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਆਖਿਆ ਸੀਗਾ ਵੀ ਜਦੋਂ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਾਊਗਾ ਤੇ ਉਹਦਾ ਪੁੱਤ ਬਦਲਾ ਲਊਗਾ ਹੀ ਲਊਗਾ। ਉਸ ਤੋਂ ਬਾਅਦ ਇਹਨਾਂ ਨੇ ਬਾਬਾ ਮਾਨ ਸਿੰਘ ਜੀ ਨਾਲ ਸਾਨੂੰ ਜੋੜ ਕੇ ਤੇ UAPA ਦੇ ਵਿੱਚ ਸਾਨੂੰ ਐਕਟ ਲਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਾਨੂੰ ਪਿੰਡ ਤੋਂ ਚੱਕ ਲਿਆ ਗਿਆ, ਵਿਖਾਇਆ ਸਾਨੂੰ ਕਿਤੋਂ ਹੋਰ ਆ, ਪਿੰਡ ਨੇ ਲਿਖ ਕੇ ਵੀ ਦਿੱਤਾ, ਪੰਚਾਇਤਾਂ ਨੇ ਪੰਚਾਇਤਾਂ ਮਗਰ ਵੀ ਭੁਗਤੀਆਂ, ਸਾਰਾ ਕਿਤੇ ਜਾ ਕੇ ਪ੍ਰੂਫ ਵੀ ਦਿੱਤੇ ਅਸੀਂ ਵੀ ਅਸੀਂ ਸਾਨੂੰ ਪਿੰਡੋਂ ਚੱਕਿਆ, ਇਹਨਾਂ ਨੇ ਨਜਾਇਜ਼ ਕੀਤੀ, ਧੱਕਾ ਕੀਤਾ। ਅੱਛਾ, ਇਸ ਕਾਂਡ ਤੋਂ ਪਹਿਲਾਂ ਤੁਸੀਂ ਨਸ਼ੇ ਦਾ ਵੀ ਸੇਵਨ ਕਰਦੇ ਰਹੇ ਹੋ ਤੇ ਕੇਸਾਂ ਧਾਰੀ ਨਹੀਂ ਸੋ? ਜੀ ਮੈਂ ਕੇਸਾਧਾਰੀ ਨਹੀਂ ਸੀਗਾ। ਮੈਂ 25/1/2015 ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਮ੍ਰਿਤਧਾਰੀ ਹੋਇਆ। ਕੇਸਾਧਾਰੀ ਵੀ ਉਸ ਦਿਨ ਤੋਂ ਹੋਇਆ। ਮੈਂ ਮੋਨਾ ਹੀ ਪਹਿਲਾਂ ਮੋਨਾ ਸੀਗਾ ਤੇ ਉਸ ਤੋਂ ਬਾਅਦ ਯਾਨੀ ਕਿ 2015 ਤੋਂ ਫਿਰ ਸ਼ੁਰੂ ਹੁੰਦਾ ਗਾ ਇੱਕ ਨਵਾਂ ਪੀਰੀਅਡ ਜ਼ਿੰਦਗੀ ਦਾ, ਇੱਕ ਨਵਾਂ ਯੂ ਟਰਨ ਸ਼ੁਰੂ ਹੁੰਦਾ। ਉਸ ਤੋਂ ਪਹਿਲਾਂ ਨਸ਼ਿਆਂ ਦੀ ਦਲਦਲ 'ਚ ਬਹੁਤ ਜ਼ਿਆਦਾ ਵੱਡੇ ਤੌਰ ਤੇ ਖੁੱਬੇ ਵੇ ਸੀਗੇ। ਸਾਡੇ 7 ਜਣਿਆਂ ਦੇ ਉੱਪਰ ਯੂਆਪਾ ਲਾ ਕੇ ਜੇਲ੍ਹ ਵਿੱਚ ਡੱਕਿਆ ਗਿਆ ਤੇ ਜੇਲ੍ਹ ਵਿੱਚ ਤੁਹਾਨੂੰ ਹੋਰ ਵੀ ਨੌਜਵਾਨ ਐਸੇ ਮਿਲੇ ਵੀ ਜਿਨ੍ਹਾਂ ਤੇ ਯੂਆਪਾ ਲਾ ਕੇ ਅੰਦਰ ਉਹ ਜੇਲ੍ਹਾਂ ਵਿੱਚ ਤਾੜੇ ਹੋਣ ਤੇ ਅੱਜ ਤਾਈਂ ਵੀ ਕਿਸੇ ਵੀ ਕੇਸ ਦੇ ਵਿੱਚ 7 ਦਿਨਾਂ ਦਾ ਰਿਮਾਂਡ ਨਹੀਂ ਮਿਲਦਾ ਇੱਕੋ ਵਾਰੀ 'ਚ ਇਕੱਠਿਆ। ਸਾਨੂੰ ਜਾਣ ਸਾਰ ਉਹਨਾਂ ਨੇ 7 ਦਿਨਾਂ ਦਾ ਰਿਮਾਂਡ ਦੇਤਾ ਜੀ। 7 ਦਿਨਾਂ ਦਾ ਰਿਮਾਂਡ ਦੇ ਕੇ ਸਾਨੂੰ ਉਹਨਾਂ ਨੇ ਜਾਣ ਸਾਰੀ ਉਹ ਤਾਂ ਫਿਰ ਪਾੜ ਦਿੰਦੇ ਆ, ਬਿਲਕੁਲ ਤੁਹਾਨੂੰ ਨਗਨ ਰੱਖਣਾ, ਪੁੱਠੇ ਲਟਕਾਉਣਾ, ਬਾਹਾਂ ਪਿੱਛੇ ਬੰਨ੍ਹ ਕੇ ਉੱਚੇ ਪੁੱਠੇ ਲਟਕਾ ਦੇਣਾ, ਕਰੰਟ ਲਾਉਣੇ, ਚੱਡੇ ਪਾੜ ਦੇਣੇ ਤੁਹਾਡੇ। ਇਹ ਨਾਰਮਲ ਵੈਸ਼ੀਆਨਾ ਜਾਣੀ ਕਿ ਵੀ ਕਿਹੜੇ ਅਸੀਂ ਕਹਿ ਲਈਏ ਵੀ ਉਹਨਾਂ ਦੇ ਤਰੀਕੇ ਨਹੀਂ ਗੇ ਵੀ ਜਿਹੜੇ ਵੀ ਕੋਈ ਹਿਊਮਨ ਰਾਈਟ ਨਹੀਂ ਗਾ, ਕੋਈ ਸਾਨੂੰ ਉੱਥੇ ਸਾਡਾ ਪਰਿਵਾਰ ਨਹੀਂ ਕੋਈ ਪਿੱਛੇ ਆ ਕੇ ਮਿਲ ਸਕਦਾ ਵੀ ਕਿੱਥੇ ਆ ਜਾਂ ਕਿੱਥੇ ਨਹੀਂ, ਨਾ ਹੀ ਸਾਡੇ ਪਰਿਵਾਰ ਨੂੰ ਪਿੱਛੇ ਦੱਸਿਆ ਜਾਂਦਾ ਵੀ ਇਹ ਬੰਦੇ ਕਿੱਥੇ ਆ ਜੀ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਸੁਖਵੰਤ ਸਿੰਘ ਮਖੂ। ਦਰਸ਼ਕੋ, ਹਰ ਵਾਰ ਕਿਸੇ ਨਵੇਂ ਮੁੱਦੇ ਉੱਪਰ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਨਾ। ਅੱਜ ਗੱਲਬਾਤ ਵਿਸ਼ੇਸ਼ ਕਰਾਂਗੇ ਵੀਰ ਦੇ ਨਾਲ, ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਉੱਪਰ, ਨੌਜਵਾਨਾਂ ਦੇ ਉੱਪਰ UAPA ਲਾ ਕੇ ਅੰਦਰ ਸੁੱਟਿਆ ਜਾ ਰਿਹਾ ਹੈ, ਨੌਜਵਾਨਾਂ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ, ਨੌਜਵਾਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਨਿਸ਼ਾਨਾ ਬਣਾ ਕੇ ਅੰਦਰ ਧੱਕ ਰਹੀ ਹੈ ਤੇ ਸਰਕਾਰਾਂ ਵੀ ਜਿਹੜੀਆਂ ਨੇ ਉਹ ਸਿੱਖਾਂ ਦੇ ਨਾਲ ਇਨਸਾਫ ਨਹੀਂ ਕਰ ਰਹੀਆਂ, ਕਿਤੇ ਨਾ ਕਿਤੇ ਸਿੱਖਾਂ ਨੂੰ ਘੱਟ ਗਿਣਤੀ ਨੂੰ ਦਬਾਇਆ ਜਾ ਰਿਹਾ। ਤੇ ਸਾਡੇ ਨਾਲ ਨੇ ਬਹੁਤ ਹੀ ਸਤਿਕਾਰਯੋਗ ਜਾਣਿਆ ਪਛਾਣਿਆ ਚਿਹਰਾ, ਜੋ ਬੇਅਦਬੀ ਕਾਂਡ ਬਰਗਾੜੀ ਦੇ ਵਿੱਚ ਜੋ ਵਾਪਰਿਆ, ਭਾਣਾ ਕੋਟਕਪੂਰੇ ਜੋ ਕੁਝ ਤੁਸੀਂ ਦੇਖਿਆ, ਬਾਈਬਲ ਕਲਾਂ 2 ਨੌਜਵਾਨ ਜਿਹੜੇ ਹਨ ਉਹ ਸ਼ਹੀਦ ਕਰ ਦਿੱਤੇ ਗਏ ਤੇ ਵੀਰ ਉਸ ਸਾਰੇ ਮਸਲੇ ਦੇ ਵਿੱਚ ਰਹੇ ਸਨ। ਇਹ ਵੀਰ ਦਾ ਨਾਮ ਹੈ ਗੁਰਪ੍ਰੀਤ ਸਿੰਘ ਜਿਉਣ ਵਾਲਾ। ਤੇ ਸਭ ਤੋਂ ਪਹਿਲਾਂ ਦਰਸ਼ਕੋ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਵਾਉਣਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਪ੍ਰੀਤ ਸਿੰਘ ਜੀ, ਤੁਹਾਡੇ ਉੱਪਰ ਸਰਕਾਰ ਵੱਲੋਂ UAPA ਲਾ ਦਿੱਤਾ ਗਿਆ ਤੇ ਉਹ ਕੀ ਕਾਰਨ ਕੀ ਸੀ ਉਹ ਸਾਰਾ ਕੁਝ ਦਰਸ਼ਕਾਂ ਨੂੰ ਦੱਸਣ ਦਾ ਯਤਨ ਕਰ ਦਿਓ। ਕਾਰਨ ਵੀਰ ਜੀ ਇਹ ਸੀਗਾ ਵੀ ਜਦੋਂ ਅਸੀਂ ਸਟਾਰਟਿੰਗ ਕਰਦੇ ਆ ਨਾ, ਵੀ ਜਦੋਂ ਬੁਰਜ ਜਵਾਹਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੁੰਦੇ ਆ, ਜਦੋਂ ਅਸੀਂ ਉਸ ਥਾਂ ਤੇ ਪਹੁੰਚਦੇ ਆ, ਬਹੁਤ ਇਕੱਤਰਤਾ ਹੁੰਦੀ ਹੈ। ਦਾਦੂਵਾਲ ਸਾਹਿਬ, ਮੰਡ ਸਾਹਿਬ, ਹੋਰ ਅਜਨਾਲਾ ਸਾਹਿਬ ਕਾਫੀ ਉੱਥੇ ਆ ਜਾਂਦੇ ਆ। ਅਸੀਂ 1 ਤਰੀਕ ਨੂੰ ਸਰੂਪ ਚੋਰੀ ਹੁੰਦਾ ਜੀ, ਅਸੀਂ 2 ਤਰੀਕ ਨੂੰ ਪਹੁੰਚਦੇ ਆ। ਮੇਨ ਗੱਲ ਇੱਕ ਥੋੜ੍ਹੀ ਜਿਹੀ ਇੱਕ ਨਿੱਕੀ ਜਿਹੀ ਦੱਸ ਦੇਵਾਂ ਵੀ ਅਸੀਂ ਪਹਿਲਾਂ ਜਦੋਂ ਨਸ਼ਿਆਂ ਦੇ ਵਿੱਚ ਰੁੜੇ ਵੇ ਸੀਗੇ ਉਦੋਂ ਸਾਨੂੰ ਕੋਈ ਨਹੀਂ ਪੁੱਛਦਾ ਸੀਗਾ, ਨਾ ਹੀ ਸਾਨੂੰ ਆਪਦੇ ਹੱਕ 'ਚ ਦੀ ਕੋਈ ਗੱਲ ਪਤਾ ਸੀ ਤੇ ਨਾ ਹੀ ਅਸੀਂ ਕਹਿ ਸਕਦੇ ਹੁੰਦੇ ਸੀ। ਅੱਛਾ, ਇਸ ਕਾਂਡ ਤੋਂ ਪਹਿਲਾਂ ਤੁਸੀਂ ਨਸ਼ੇ ਦਾ ਵੀ ਸੇਵਨ ਕਰਦੇ ਰਹੇ ਹੋ ਤੇ ਕੇਸਾਂ ਧਾਰੀ ਨਹੀਂ ਸੋ? ਜੀ ਮੈਂ ਕੇਸਾਧਾਰੀ ਨਹੀਂ ਸੀਗਾ। ਮੈਂ 25/1/2015 ਨੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਅੰਮ੍ਰਿਤਧਾਰੀ ਹੋਇਆ। ਕੇਸਾਧਾਰੀ ਵੀ ਉਸ ਦਿਨ ਤੋਂ ਹੋਇਆ। ਮੈਂ ਮੋਨਾ ਹੀ ਪਹਿਲਾਂ ਮੋਨਾ ਸੀਗਾ ਤੇ ਉਸ ਤੋਂ ਬਾਅਦ ਯਾਨੀ ਕਿ 2015 ਤੋਂ ਫਿਰ ਸ਼ੁਰੂ ਹੁੰਦਾ ਗਾ ਇੱਕ ਨਵਾਂ ਪੀਰੀਅਡ ਜ਼ਿੰਦਗੀ ਦਾ, ਇੱਕ ਨਵਾਂ ਯੂ ਟਰਨ ਸ਼ੁਰੂ ਹੁੰਦਾ। ਉਸ ਤੋਂ ਪਹਿਲਾਂ ਨਸ਼ਿਆਂ ਦੀ ਦਲਦਲ 'ਚ ਬਹੁਤ ਜ਼ਿਆਦਾ ਵੱਡੇ ਤੌਰ ਤੇ ਖੁੱਬੇ ਵੇ ਸੀਗੇ। ਤੇ ਜਿਹੜਾ ਹੁਣ UAPA ਦੇ ਕਾਰਨ ਪੁੱਛਿਆ ਜਿਹੜਾ ਤੁਸੀਂ ਆਪ ਜੀ ਨੇ, ਇਹ ਕਾਰਨ ਸਾਡੇ ਤੇ ਇਹ ਆਈ ਮੁੱਖ ਮੈਨੂੰ ਇਹ ਲੱਗਦਾ ਵੀ ਜਿਹੜੇ ਨੌਜਵਾਨ ਜਦੋਂ ਆਪਦੇ ਹੱਕਾਂ ਦੀ ਖਾਤਰ ਸੜਕਾਂ ਤੇ ਆ ਕੇ ਸਵਾਲ ਕਰਦੇ ਆ ਜਾਂ ਆਪਦੇ ਹੱਕ ਲੈਣ ਲਈ ਪ੍ਰੋਟੈਸਟ ਕਰਦੇ ਆ, ਉਹਨਾਂ ਦੇ ਜਾਂ ਤਾਂ ਗੋਲੀਆਂ ਮਾਰੀਆਂ ਜਾਂਦੀਆਂ ਤੇ ਜਾਂ ਉਹਨਾਂ ਤੇ ਪਰਚੇ ਪਾਏ ਜਾਂਦੇ ਆ ਵੀ ਇਹਨਾਂ ਦੀ ਨੌਜਵਾਨਾਂ ਦੀ ਆਵਾਜ਼ ਆ ਜਿਹੜੀ ਦਬਾ ਦਿੱਤੀ ਜਾਵੇ।
ਮੇਨ ਇਹਨਾਂ ਦਾ ਕਾਰਨ ਇਹੀ ਆ ਵੀ ਜਿਹੜੇ ਕਿਉਂਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਜਾਂ ਕੈਪਟਨ ਸਾਹਿਬ ਸਹੁੰ ਚੱਕ ਕੇ ਆਉਂਦੇ ਆ ਨਾ ਇਸ ਗੱਲ ਦੇ ਵਿੱਚ, ਤੇ ਉਸ ਦਿਨ ਤੋਂ ਜਿਸ ਦਿਨ ਸਹੁੰ ਚੱਕ ਕੇ ਕੈਪਟਨ ਸਰਕਾਰ ਦੀ ਸ਼ੁਰੂ ਹੁੰਦੀ ਆ, ਸਰਕਾਰ ਦੀ ਸ਼ੁਰੂਆਤ ਹੁੰਦੀ ਆ, ਉਸ ਦਿਨ ਤੋਂ ਪਹਿਲੇ 3 ਮਹੀਨਿਆਂ ਦੇ ਵਿੱਚ 25-24 ਮੁੰਡੇ ਫੜ ਲਏ ਸੀਗੇ, ਜਿਨ੍ਹਾਂ ਦੇ ਵਿੱਚ ਅਸੀਂ ਵੀ ਬਾਅਦ ਚੋਂ ਆ ਗਏ ਆ। ਤੇ ਉਸ ਤੋਂ ਬਾਅਦ ਬਾਬਾ ਮਾਨ ਸਿੰਘ ਤੇ ਸ਼ੇਰ ਸਿੰਘ ਫੜੇ ਜਾਂਦੇ ਆ ਰਮਦਾਸ ਥਾਣੇ ਦੇ ਵਿੱਚ ਵੀ ਬਾਰਡਰਾਂ ਤੋਂ ਹਥਿਆਰਾਂ ਦੀ ਸਪਲਾਈ ਲੈਂਦੇ, ਇਹ ਵੀ ਇਹਨਾਂ ਤੋਂ ਹਥਿਆਰ ਫੜੇ ਗਏ, ਇਲਜ਼ਾਮ ਲਾਏ ਜਾਂਦੇ ਆ। ਜਿਹਦੇ ਵਿੱਚ ਬਾਬਾ ਮਾਨ ਸਿੰਘ ਜੀ ਦੀ ਜਦੋਂ ਪੱਤਰਕਾਰ ਵੀਰ ਉੱਥੇ ਪੁੱਛਦੇ ਆ ਵੀ ਤੁਸੀਂ ਹਥਿਆਰਾਂ ਦਾ ਕੀ ਖੇਪ ਕਰਨੀ ਸੀ, ਉਹਨਾਂ ਨੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਆਖਿਆ ਸੀਗਾ ਵੀ ਜਦੋਂ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ ਜਾਊਗਾ ਤੇ ਉਹਦਾ ਪੁੱਤ ਬਦਲਾ ਲਊਗਾ ਹੀ ਲਊਗਾ। ਉਸ ਤੋਂ ਬਾਅਦ ਇਹਨਾਂ ਨੇ ਬਾਬਾ ਮਾਨ ਸਿੰਘ ਜੀ ਨਾਲ ਸਾਨੂੰ ਜੋੜ ਕੇ ਤੇ UAPA ਦੇ ਵਿੱਚ ਸਾਨੂੰ ਐਕਟ ਲਾ ਦਿੱਤਾ ਗਿਆ, ਤੇ ਉਸ ਤੋਂ ਬਾਅਦ ਸਾਨੂੰ ਪਿੰਡ ਤੋਂ ਚੱਕ ਲਿਆ ਗਿਆ, ਵਿਖਾਇਆ ਸਾਨੂੰ ਕਿਤੋਂ ਹੋਰ ਆ, ਪਿੰਡ ਨੇ ਲਿਖ ਕੇ ਵੀ ਦਿੱਤਾ, ਪੰਚਾਇਤਾਂ ਨੇ, ਪੰਚਾਇਤਾਂ ਮਗਰ ਵੀ ਭੁਗਤੀਆਂ, ਸਾਰਾ ਕਿਤੇ ਜਾ ਕੇ ਪ੍ਰੂਫ ਵੀ ਦਿੱਤੇ ਅਸੀਂ ਵੀ ਅਸੀਂ ਸਾਨੂੰ ਪਿੰਡੋਂ ਚੱਕਿਆ, ਇਹਨਾਂ ਨੇ ਨਜਾਇਜ਼ ਕੀਤੀ, ਧੱਕਾ ਕੀਤਾ। ਕਿੰਨੇ ਜਣੇ ਸੋ ਤੁਸੀਂ? ਅਸੀਂ ਨਾ ਜੀ 7 ਜਣੇ ਸੀ ਇਸ ਪਰਚੇ ਦੇ ਵਿੱਚ, 3 MP ਦੇ ਸੀਗੇ। ਅੱਛਾ ਜੀ। ਜਿਨ੍ਹਾਂ ਦੇ ਵਿੱਚ ਇੱਕ ਹਿੰਦੂ ਸੀਗਾ ਜੀ, ਇੱਕ ਹਿੰਦੂ ਵੀਰ ਸੀਗਾ, 4 ਅਸੀਂ ਪੰਜਾਬ ਦੇ ਸੀਗੇ, ਗੁਰਸਿੱਖ ਸੀਗੇ, 2 ਪੰਜਾਬੀ ਮੁੰਡੇ ਸੀ, ਇੱਕ ਕੇਸਾਧਾਰੀ ਸੀ ਬਲਕਾਰ ਸਿੰਘ, ਇੱਕ ਵੀਰ ਦਾ ਨਾਮ ਮੈਨੂੰ ਮਿਸ ਹੋ ਗਿਆ, ਚੇਤਾ ਨਹੀਂਗਾ, ਤੇ ਇੱਕ ਇਹਦਾ ਨਾਂ ਸੀਗਾ ਰਾਵਤ ਇਹਨੂੰ ਕਹਿੰਦੇ ਸੀਗੇ ਸੁਰਿੰਦਰ ਸਿੰਘ ਰਾਵਤ, ਤੇ ਰਾਜਪੂਤ ਸੀਗਾ, ਉਧਰਲਾ ਹਿੰਦੂ ਰਾਜਪੂਤ ਸੀਗਾ। ਅੱਛਾ ਜੀ। ਇਹ 7 ਜਣੇ ਤੁਸੀਂ? ਟੋਟਲ 7 ਜਣੇ ਅਸੀਂ ਇਸ ਪਰਚੇ ਦੇ ਵਿੱਚ ਹੀ। ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਵੀ ਅਸੀਂ 7 ਜਣੇ ਸਾਂ ਜੀ, ਵੀ 7 ਜਣਿਆਂ ਤੇ ਸਾਡੇ ਤੇ ਯੁਆਪਾ ਲਾ ਕੇ ਸਾਨੂੰ ਜੇਲ੍ਹ ਦੇ ਅੰਦਰ ਧੱਕ ਦਿੱਤਾ ਗਿਆ ਜਦੋਂ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਦੇ ਅੰਦਰ। ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਵੀ ਸਾਡੇ 7 ਜਣਿਆਂ ਦੇ ਉੱਪਰ ਯੁਆਪਾ ਲਾ ਕੇ ਜੇਲ੍ਹ ਵਿੱਚ ਡੱਕਿਆ ਗਿਆ, ਤੇ ਜੇਲ੍ਹ ਵਿੱਚ ਤੁਹਾਨੂੰ ਹੋਰ ਵੀ ਨੌਜਵਾਨ ਐਸੇ ਮਿਲੇ ਵੀ ਜਿਨ੍ਹਾਂ ਤੇ ਯੁਆਪਾ ਲਾ ਕੇ ਅੰਦਰ ਉਹ ਜੇਲ੍ਹਾਂ ਵਿੱਚ ਤਾੜੇ ਹੋਣ? ਜੀ। ਜਿਵੇਂ ਸਟਾਰਟਿੰਗ 'ਚ ਜਾਂਦਿਆਂ ਨੂੰ ਪਹਿਲਾਂ ਸਟਾਰਟਿੰਗ ਹੋਈ, ਸਾਨੂੰ ਮਿਲੇ ਬਾਬਾ ਜੀ ਵੀ ਮਾਨ ਸਿੰਘ ਹਰੀ ਤਾਂ ਜਾਂਦਿਆਂ ਨੂੰ ਸਾਨੂੰ ਮਿਲੇ ਜਿਨ੍ਹਾਂ ਦੇ ਉਹ ਕਿਉਂਕਿ 1 ਮਹੀਨਾ ਪਹਿਲਾਂ ਚਲੇ ਗਏ ਸੀ ਸਾਡੇ ਤੋਂ, ਅਸੀਂ 1 ਮਹੀਨਾ ਬਾਅਦ 'ਚੋਂ ਅਰੈਸਟ ਹੋਏ ਆ। ਅੱਛਾ, ਠੀਕ ਹੈ। ਤੇ ਤੁਸੀਂ ਭਗੌੜੇ ਰਹੇ ਹੋ? ਨਹੀਂ ਜੀ, ਭਗੌੜੇ ਨਹੀਂ ਰਹੇਗੇ, ਸਾਨੂੰ ਪਤਾ ਹੀ ਨਹੀਂ ਸੀਗਾ ਵੀ ਕੌਣ ਕਿੱਥੇ ਫੜਿਆ ਗਿਆ, ਕੌਣ ਨਹੀਂ ਫੜਿਆ। ਬਾਬਾ ਜੀ ਨੂੰ ਕਿਉਂ ਚੁੱਕ ਕੇ ਪਹਿਲਾਂ ਕਰ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਥ ਵਿੱਚ ਆਈ ਗਿਆ ਤੇ ਉਸੇ ਤਰੀਕੇ ਨਾਲ ਚੁੱਕ? ਬਸ ਜਿਵੇਂ ਉਹਨਾਂ ਦੇ ਹੱਥ 'ਚ ਆਈ ਗਏ, ਜਾਂ ਉਹਨਾਂ ਨੇ ਜਿਵੇਂ ਸਾਨੂੰ ਕਿਵੇਂ ਵੀ ਮੰਨ ਕੇ ਚਲੋ, ਅਸੀਂ ਜਦੋਂ ਕੋਟਕਪੂਰੇ 'ਚ ਸਾਰਾ ਤਸ਼ੱਦਦ ਵੀ ਝੱਲਿਆ, ਜਾਂ ਅਸੀਂ ਸਰਕਾਰਾਂ ਦੀ ਵਿਰੋਧ ਕੀਤਾ, ਪੁਲਿਸ ਦਾ ਵਿਰੋਧ ਕੀਤਾ ਉੱਥੇ ਬਹੁਤ ਵੱਡੇ ਪੱਧਰ ਤੇ, ਵੀ ਸਾਨੂੰ ਇਹ ਦੁੱਖ ਸੀਗਾ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ ਸਰਕਾਰ, ਤੇ ਉਹਨਾਂ ਨੇ ਸਾਨੂੰ ਜਿਵੇਂ ਨੋਟਿਸ ਕੀਤਾ ਹੁੰਦਾ ਸਾਰੇ ਨੌਜਵਾਨਾਂ ਨੂੰ, ਤੇ ਵਾਰੀ-ਵਾਰੀ ਵੱਖਰੇ ਢੰਗ ਨਾਲ ਸਾਨੂੰ ਉਹਨਾਂ ਦੇ ਪਰਚਿਆਂ ਦੇ ਵਿੱਚ ਫਿੱਟ ਕਰਤਾ ਜੀ ਉਹਨਾਂ ਨੇ। ਫਿਰ ਸਾਨੂੰ ਉੱਥੋਂ ਪਿੰਡੋਂ ਚੱਕ ਕੇ ਲਿਆ ਕੇ ਇਹਨਾਂ ਨੇ JIC ਦੇ ਵਿੱਚ ਲੈ ਆਏ ਆ, JIC ਮਾਲ ਮੰਡੀ, ਜਿਹੜਾ ਸਿੰਘਾਂ ਦਾ ਬੁੱਚੜਖਾਨਾ ਕਿਹਾ ਜਾਂਦਾ ਜਿਹਨੂੰ। ਤੇ ਉੱਥੇ ਸਾਨੂੰ ਪਹਿਲੇ ਦਿਨ ਹੀ ਵੇਖੋ ਡਿਊਟੀ ਮੈਜਿਸਟਰੇਟ ਅੱਜ ਤਾਈਂ ਵੀ ਕਿਸੇ ਵੀ ਕੇਸ ਦੇ ਵਿੱਚ 7 ਦਿਨਾਂ ਦਾ ਰਿਮਾਂਡ ਨਹੀਂ ਮਿਲਦਾ ਇੱਕੋ ਵਾਰੀ 'ਚ ਇਕੱਠਿਆਂ। ਸਾਨੂੰ ਜਾਣ ਸਾਰ ਉਹਨਾਂ ਨੇ 7 ਦਿਨਾਂ ਦਾ ਰਿਮਾਂਡ ਦੇਤਾ ਜੀ, 7 ਦਿਨਾਂ ਦਾ ਰਿਮਾਂਡ ਦੇ ਕੇ ਸਾਨੂੰ ਉਹਨਾਂ ਨੇ ਜਾਣ ਸਾਰੀ ਉਹ ਤਾਂ ਫਿਰ ਪਾੜ ਦਿੰਦੇ ਆ, ਬਿਲਕੁਲ ਤੁਹਾਨੂੰ ਨਗਨ ਰੱਖਣਾ, ਪੁੱਠੇ ਲਟਕਾਉਣਾ, ਬਾਹਾਂ ਪਿੱਛੇ ਬੰਨ੍ਹ ਕੇ ਉੱਚੇ ਪੁੱਠੇ ਲਟਕਾ ਦੇਣਾ, ਕਰੰਟ ਲਾਉਣੇ, ਚੱਡੇ ਪਾੜ ਦੇਣੇ ਤੁਹਾਡੇ। ਇਹ ਨੋਰਮਲ ਵੈਸ਼ੀਆਨਾ ਜਾਣੀ ਕਿ ਵੀ ਕਿਹੜੇ ਅਸੀਂ ਕਹਿ ਲਈਏ ਵੀ ਉਹਨਾਂ ਦੇ ਤਰੀਕੇ ਨਹੀਂ ਗੇ ਵੀ ਜਿਹੜੇ ਵੀ ਕੋਈ ਹਿਊਮਨ ਰਾਈਟ ਨਹੀਂ ਗਾ, ਕੋਈ ਸਾਨੂੰ ਉੱਥੇ ਸਾਡਾ ਪਰਿਵਾਰ ਨਹੀਂ ਕੋਈ ਪਿੱਛੇ ਆ ਕੇ ਮਿਲ ਸਕਦਾ ਵੀ ਕਿੱਥੇ ਆ ਜਾਂ ਕਿੱਥੇ ਨਹੀਂ, ਨਾ ਹੀ ਸਾਡੇ ਪਰਿਵਾਰ ਨੂੰ ਪਿੱਛੇ ਦੱਸਿਆ ਜਾਂਦਾ ਵੀ ਇਹ ਬੰਦੇ ਕਿੱਥੇ ਆ ਜੀ ਤੁਹਾਡੇ ਇਸ ਵਕਤ। ਤੇ ਚੱਕ ਕੇ ਤੁਹਾਨੂੰ ਫਿਰ CA ਸਟਾਫ ਦੇ ਵਿੱਚ ਵੀ ਉਹਨਾਂ ਰੱਖਿਆ, ਬਹੁਤ ਤਸ਼ੱਦਦ ਵੀ ਤੁਹਾਡੇ ਤੇ ਧਾਇਆ, ਇੱਥੋਂ ਤੱਕ ਵੀ ਨਗਨ ਅਵਸਥਾ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਹੈ ਨਾ। ਤੇ ਜਿਹੜੇ ਕਕਾਰ ਤੁਹਾਡੇ ਪਾਏ ਸਨ ਇਹਨਾਂ ਦੀ ਵੀ ਬੇਅਦਬੀ ਕੀਤੀ, ਕਿਉਂਕਿ ਲਾਹ ਦਿੰਦੇ ਆ ਜਾਂਦਿਆਂ ਜਿਹੜਾ ਨੌਜਵਾਨਾਂ ਨੇ ਬਹੁਤਿਆਂ ਨੇ ਆਪਣਾ ਦਰਦ ਦੱਸਿਆ। ਤੁਸੀਂ ਉਦੋਂ ਵੀਰ ਜੀ ਅੰਮ੍ਰਿਤਧਾਰੀ ਹੋ ਚੁੱਕੇ ਹੋ, ਤੁਸੀਂ ਦੱਸਤਾ ਸੀ ਮੈਂ ਕੇਸਾਧਾਰੀ ਹੋ ਕੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਕਰਕੇ ਆਇਆ ਹਾਂ। ਜੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਤਾਂ ਸਾਡੇ ਲਈ ਇਹ ਹੁੰਦੀ ਹੈ ਜੀ, ਜਿਹੜੇ ਉੱਥੇ ਜ਼ਿਆਦਾਤਰ ਸਿੰਘ ਆ ਨਾ ਜੀ ਉਹ ਸਾਰੇ ਅੰਮ੍ਰਿਤਧਾਰੀ ਆ, ਹਰਮੰਦਰ ਸਾਹਿਬ ਜਾਣ ਵਾਲੇ ਨੇ ਸਭ ਕੁਝ, ਤੇ ਉਹ ਸਾਨੂੰ ਨਗਨ ਅਵਸਥਾ 'ਚ ਖੜ ਕੇ ਜਦੋਂ ਸਿੱਖ ਦੇ ਬਾਕੀ ਕਕਾਰ ਲੈ ਜਾਣ ਜਾਂ ਕੋਈ ਮਜਬੂਰੀ ਹੋ ਜੇ, ਕੁਛ ਹੋ ਜਾਵੇ, ਸਭ ਤੋਂ ਦੁੱਖ ਇਨਸਾਨ ਨੂੰ ਉਦੋਂ ਹੁੰਦਾ ਜਦੋਂ ਕਿਸੇ ਬੰਦਿਆਂ ਦੇ ਵਿੱਚ ਸਾਨੂੰ ਕਸ਼ਹਿਰੇ ਤੋਂ ਵੀ ਨਗਨ ਕਰ ਦਿੱਤਾ ਜਾਂਦਾ ਹੈਗਾ, ਜਦੋਂ ਸਾਡੇ ਜਿਉਣ ਦਾ ਕੁਛ ਨਹੀਂ ਰਹਿੰਦਾ। ਫਿਰ ਉਹ ਸਾਨੂੰ
ਐਡੀਆਂ ਬਦਸਲੂਕੀ ਵਾਲੀਆਂ ਗੱਲਾਂ ਬੋਲਦੇ ਆ ਜਾਂ ਸਾਡੇ ਨਾਲ ਇੰਨਾ ਸਾਨੂੰ ਜਲੀਲ ਕਰਦੇ ਆ ਉਹ ਲੋਕ ਵੀ ਤੁਸੀਂ ਆ ਮਰਿਆਦਾ ਦੇ ਨਹੀਂ ਤੁਸੀਂ ਕਰਦੇ, ਤੁਸੀਂ ਆਏ ਨਹੀਂ, ਕਿਉਂਕਿ ਬੋਲਦੇ ਵੀ ਉਹ ਸਾਡੇ ਸਿੱਖ ਹੀ ਭਰਾ, ਜਾਣੀ ਕਿ ਵੀ ਜਿਨ੍ਹਾਂ ਦੇ ਸ਼੍ਰੀ ਸਾਹਿਬਾਂ ਵੀ ਪਾਈਆਂ ਸਾਰਾ ਕੁਝ ਅੰਮ੍ਰਿਤਧਾਰੀ, ਉਹ ਕਹਿੰਦੇ ਆ ਵੀ ਅਸੀਂ ਵੀ ਅਸੀਂ ਸਿੱਖ ਹਾਂ, ਤੁਸੀਂ ਸਿੱਖ ਨਹੀਂਗੇ, ਤੁਸੀਂ ਗੁਰੂ ਦੇ ਸਿੱਖ ਨਹੀਂਗੇ ਅਸਲੀ, ਅਸੀਂ ਸਿੱਖ ਹਾਂ ਜਿਹੜੇ ਸੇਵਾ ਕਰ ਰਹੇ ਹਾਂ। ਤੁਸੀਂ ਦੱਸ ਰਹੇ ਹੋ ਵੀ ਵੀਰ ਜੀ, ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਵੀ ਤੁਹਾਡੇ ਅੰਦਰ ਹੋਰ ਵੀ ਅਨੇਕਾਂ ਸਿੰਘ ਸਨ ਜੇਲ੍ਹ ਦੇ ਵਿੱਚ, ਤੁਹਾਡਾ ਮਿਲਾਪ ਹੋਇਆ? ਮਿਲਾਪ ਹੋਇਆ ਜਦੋਂ ਸਟਾਰਟਿੰਗ 'ਚ ਗਏ ਜੀ, ਨਾਲ ਸਰਦਾਰ ਨਰੈਣ ਸਿੰਘ ਚੌੜਾ ਸੀ ਜੀ ਉੱਥੇ। ਅੱਛਾ ਜੀ। ਨਰੈਣ ਸਿੰਘ ਚੌੜੇ ਤੋਂ ਬਾਅਦ ਸਾਨੂੰ ਦਰਸ਼ਨ ਮੇਲੇ ਹੋਏ, ਭਾਈ ਗੁਰਦੀਪ ਸਿੰਘ ਖੈੜਾ ਉੱਥੇ ਸੀਗੇ ਜੀ। ਸਾਰੇ ਤੇ ਯੂਆਪਾ ਲੱਗਾ ਹੋਇਆ? ਯੂਆਪਾ ਲੱਗਾ, ਕਿਉਂਕਿ ਇਹ ਤਾਂ ਟਾਡਾ ਚ ਅੰਦਰ ਸੀਗੇ ਨਾ ਜੀ। ਆਪਣਾ ਗੁਰਦੀਪ ਸਿੰਘ ਖੈੜਾ ਤਾਂ ਪਿਛਲੇ 30 ਸਾਲਾਂ ਤੋਂ ਅੰਦਰ ਹੈ ਜੀ। ਪਹਿਲਾਂ ਇਹਨਾਂ ਨੇ ਦਿੱਲੀ ਜੇਲ੍ਹ ਕੱਟੀ, ਫਿਰ ਕਰਨਾਟਕਾ ਬਿਦਰ ਕੱਟੀ ਜੀ। ਉਸ ਤੋਂ ਬਾਅਦ ਜਾਣੀ ਕਿ ਇਹਨਾਂ ਦੀ ਟਰਾਂਸਫਰ ਹੋ ਕੇ ਇੱਥੇ ਆਈ, ਤੇ ਇੱਥੋਂ ਆ ਕੇ 27 ਸਾਲਾਂ ਬਾਅਦ ਉਹ ਛੁੱਟੀ ਜਾਣ ਲੱਗੇ ਸੀਗੇ। ਫਿਰ ਜਾਣੀ ਕਿ ਵੀ ਜਦੋਂ ਇਹਨਾਂ ਨੂੰ ਮਿਲੇ, ਉਸ ਤੋਂ ਬਾਅਦ ਜਿਹੜੇ ਅੱਜ ਦੇ ਨੌਜਵਾਨ ਅੱਜ ਦੇ ਸਮਿਆਂ 'ਚ ਪਰਚੇ ਪੈ ਰਹੇ ਸੀਗੇ, ਘੱਟੋ ਘੱਟ 40 ਕੁ ਨੌਜਵਾਨ ਤਾਂ ਅਸੀਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੀ ਸੀਗੇ ਜੀ, ਜਿਨ੍ਹਾਂ ਤੇ ਯੂਆਪਾ ਲਾਇਆ ਹੋਇਆ ਸੀਗਾ। ਜਿਵੇਂ ਤਰਨ ਕੇਸ ਵਾਲੇ ਹੋ ਗਏ ਜੀ, ਇੱਕ ਆਪਣਾ ਜਿਹੜਾ ਡਰੋਨ ਮਾਮਲਾ ਹੋਇਆ 2019 ਦੇ ਵਿੱਚ, ਉਹ ਸਿੰਘ ਤੇ ਆਪਣਾ ਤਕਰੀਬਨ ਇੱਕ ਪੋਸਟਰਾਂ ਵਾਲੇ 2020 ਦੇ ਵਿੱਚ ਵੀ ਇਹਨਾਂ ਨੇ ਠੇਕੇ ਸਾੜੇ ਆ, ਜਾਂ ਪੋਸਟਰ ਲਾ ਕੇ ਇਹਨਾਂ ਨੇ 2020 ਖਾਲਸਾ ਯੂਆਪਾ ਲਾ ਕੇ ਜੀ ਸਾਰੇ ਅੰਦਰ। ਹਾਂਜੀ, ਸਾਰਿਆਂ ਨੂੰ ਅੰਦਰ। ਫਿਰ ਜੀ ਤੁਸੀਂ ਦੱਸਿਆ ਵੀ 15 ਦੇ ਵਿੱਚ ਸਾਡੇ ਤੇ ਯੂਆਪਾ ਲੱਗਾ ਤੇ ਸਾਨੂੰ ਅਨੇਕਾਂ ਮੁੰਡਿਆਂ ਨੂੰ ਜਿਹੜਾ ਅੰਦਰ ਧੱਕ ਦਿੱਤਾ ਗਿਆ। ਉਦੋਂ ਅਕਾਲੀ ਭਾਜਪਾ ਸਰਕਾਰ ਸੀ ਜਦੋਂ ਤੁਹਾਡੇ ਤੇ ਯੂਆਪਾ ਲੱਗਾ, ਤੇ ਤੁਸੀਂ ਅੰਦਰ ਸੀ, ਤੇ ਜਿਸ ਤਰੀਕੇ ਦੇ ਨਾਲ ਸਰਕਾਰ ਚੇਂਜ ਹੋ ਗਈ 17 ਦੇ ਵਿੱਚ ਆ ਕੇ ਕੈਪਟਨ ਸਰਕਾਰ ਆ ਗਈ, ਕਾਂਗਰਸ ਦੀ ਸਰਕਾਰ, ਤੇ ਉਸ ਤੋਂ ਬਾਅਦ ਦੇ ਵਿੱਚ ਵੀ ਵੀਰ ਜੀ ਐਸਾ ਹੋਇਆ ਵੀ ਨੌਜਵਾਨਾਂ ਤੇ ਯੂਆਪਾ ਲਾ ਕੇ ਅੰਦਰ ਸੱਟਿਆ ਹੋਵੇ ਤੇ ਤੁਹਾਨੂੰ ਨੌਜਵਾਨ ਹੋਰ ਮਿਲੇ ਹੋਣ? ਨਹੀਂ, ਪ੍ਰੋਟੈਸਟ ਜਿਵੇਂ ਅਸੀਂ ਤੁਸੀਂ ਕਹਿੰਦੇ ਥੋੜਾ ਜਿਹਾ ਮਿਸਅੰਡਰਸਟੈਂਡਿੰਗ ਹੋ ਗਈ ਆ ਵੀ ਜਿਵੇਂ ਯੂਆਪਾ ਲੱਗਾ ਸਾਡੇ ਤੇ 2017 ਦੇ ਵਿੱਚ ਜਦੋਂ ਕੈਪਟਨ ਸਰਕਾਰ ਬਣ ਗਈ ਆ, ਜਾਣੀ ਕਿ ਪ੍ਰੋਟੈਸਟ ਅਸੀਂ ਕੀਤਾ ਬਾਦਲ ਸਰਕਾਰ ਦੇ ਵਿੱਚ, ਸਾਨੂੰ ਨੋਟਿਸ ਕੀਤਾ ਗਿਆ, ਸਰਕਾਰ ਬਦਲਦੀ ਆ, ਇੱਕੋ ਦਮ ਇੱਕ ਵੱਖਰੇ ਰੂਪ ਰੇਖਾ ਦੇ ਵਿੱਚ ਇੱਕ ਪੀਰੀਅਡ ਚੱਲਦਾ, ਜਿਵੇਂ ਪੂਰਾ ਇੱਕ ਤੈਅ ਕੀਤੀਆਂ ਗੱਲਾਂ ਹੁੰਦੀਆਂ, ਜਾਣੀ ਕਿ ਵੀ ਸਿੱਖ ਕੌਮ ਦੇ ਜਿੰਨੇ ਵੀ ਨੌਜਵਾਨ ਆ ਉਹਨਾਂ ਨੂੰ ਜਿਵੇਂ ਦਬਾਉਣ ਲਈ, ਜਿਵੇਂ ਹੁਣ ਮੰਨ ਕੇ ਚਲੋ ਪਿੰਡ 'ਚੋਂ ਮੈਨੂੰ ਚੱਕ ਕੇ ਲਗਾਏ, ਪਿੰਡ ਦੇ ਵਿੱਚ 15 ਗੱਡੀਆਂ ਪੁਲਿਸ ਦੀਆਂ ਆਉਣੀਆਂ, ਘਰਾਂ ਦੇ ਵਿੱਚ ਆ ਕੇ ਦਬਕੇ ਮਾਰਨੇ, ਇਰੀਟੇਟ ਕਰਨਾ, ਹਰਾਸਮੈਂਟ ਕਰਨੀ, ਪੱਤਰਕਾਰ ਭੈਣ ਭਰਾ ਵੀ ਆ ਕੇ ਪੁੱਛਣ ਲੱਗ ਪੈਂਦੇ ਆ, ਜਾਂ ਉਦੋਂ ਪਹਿਲਾਂ ਜਿਵੇਂ ਪੁਲਿਸ ਦੇ ਵੱਡੇ ਅਫਸਰ ਆ ਕੇ ਜਿਵੇਂ ਘਰੇ ਦੁਰਵਿਵਹਾਰ ਕਰਦੇ ਸੀਗੇ ਸਾਰਿਆਂ ਦਾ, ਹੈ ਨਾ। ਤੇ ਇਹਨਾਂ ਦੇ 2017 ਦੇ ਵਿੱਚ ਇਹ ਇੱਕ ਲਗਾਤਾਰ ਕੰਸਾਈਨਮੈਂਟ ਚੱਲਿਆ, ਜਿਹਦੇ ਵਿੱਚ ਪਹਿਲੇ ਸਾਲ ਦੇ ਵਿੱਚ 100 ਮੁੰਡਾ ਇਹਨਾਂ ਨੇ ਫੜ ਲਿਆ ਸੀਗਾ, ਤੇ ਅੱਜ ਤਾਈਂ ਕੈਪਟਨ ਸਰਕਾਰ ਦੇ ਅੰਦਰ 100 ਤੋਂ ਵੱਧ ਪਰਚਾ ਹੋ ਗਿਆ UAPA ਦਾ ਜੀ, ਤੇ ਤਕਰੀਬਨ 400 ਪਲੱਸ ਨੌਜਵਾਨ ਜੇਲ੍ਹਾਂ ਕੱਟ ਰਹੇ ਆ ਜੀ ਅੰਦਰ। ਤੇ ਪਰ ਕੈਪਟਨ ਸਰਕਾਰ ਕਹਿੰਦੀ ਅਸੀਂ ਸਿੱਖਾਂ ਦੇ ਹਮਦਰਦੀ ਹਾਂ, ਅਸੀਂ ਪਹਿਲਾ ਕਹਿਰ ਜਿਹੜਾ ਉਹ ਢਾਹ ਦਿੱਤਾ ਸੀ 84 ਦੇ ਵਿੱਚ ਕਾਂਗਰਸ ਸਰਕਾਰ ਨੇ, ਇੰਦਰਾ ਗਾਂਧੀ ਨੇ, ਪਰ ਪੰਜਾਬ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਉਹ ਸਿੱਖਾਂ ਦੀ ਹਥੈਚੀ ਹੈ, ਸਿੱਖਾਂ ਦੇ ਨਾਲ ਮਿਲ ਕੇ ਚੱਲਣ ਵਾਲੀ ਹੈ। ਤੇ ਤੁਸੀਂ ਇਹ ਵੀ ਇਲਜ਼ਾਮ ਲਾ ਦਿੱਤਾ ਵੀ ਸਿੱਖਾਂ ਦਾ ਘਾਣ ਇਸ ਗਵਰਨਮੈਂਟ, ਪੰਜਾਬ ਸਟੇਟ ਦੀ ਗਵਰਨਮੈਂਟ ਨੇ ਵੀ ਰੱਜ ਕੇ ਕੀਤਾ ਹੈ, ਨੌਜਵਾਨਾਂ ਨੂੰ। ਬਿਲਕੁਲ ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਤਾਂ ਮੁੱਢ ਕਦੀਮੋਂ ਹੀ ਜਾਣੀ ਕਿ ਜਿਹੜੀ ਇਹ ਕਾਂਗਰਸ ਸਰਕਾਰ ਹੈ ਇਹਨਾਂ ਦਾ ਇੱਕ ਰਵੱਈਆ ਰਿਹਾ ਸਿੱਖ ਕੌਮ ਦੇ ਪ੍ਰਤੀ ਵੀ ਪੂਰਾ, ਜਾਣੀ ਕਿ ਵੀ ਜਿਹੜਾ ਨਜ਼ਰੀਆ ਵੀ ਸਿੱਖੀ ਨੂੰ ਖਤਮ ਕਰਨਾ ਤੇ ਇਹਨਾਂ ਨੌਜਵਾਨਾਂ ਦਾ ਘਾਣ ਕਰਨਾ। ਕਿਉਂਕਿ ਘਾਣ ਕਿਵੇਂ ਹੋਣਾ, ਜਿਹੜੇ ਨੌਜਵਾਨਾਂ ਨੇ ਉੱਥੇ ਤਸ਼ੱਦਦ ਝੱਲੇ ਆ, ਜਿਨ੍ਹਾਂ ਤੇ ਇੰਨੀਆਂ ਮਾਰਾਂ ਪਈਆਂ ਗਾ, ਫਿਰ ਉਹਨਾਂ ਦੇ ਪਰਿਵਾਰਾਂ ਦਾ ਪਿੱਛੇ ਆਰਥਿਕ ਤੌਰ ਤੇ ਕੀ ਹਾਲ ਹੋਣਾ ਜਾਂ ਕੀ ਨਹੀਂ ਹੋਣਾਗਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿੱਥ ਕੇ ਜਾਂ ਜਿਵੇਂ ਮਾਰਿਆ ਜਾਂਦਾ ਸਾਨੂੰ ਵੀ ਸਾਰੀਆਂ ਗੱਲਾਂ ਨੂੰ ਇੱਕ ਪੂਰੇ ਇੱਕ ਤਰੀਕਾ ਬਣਾਇਆ ਜਾਂਦਾ ਹੈਗਾ ਵੀ ਇਕੱਲੇ, ਕਿਉਂਕਿ ਮੰਨ ਕੇ ਚਲੋ ਸਾਰੇ ਅੱਤਵਾਦੀ ਕੈਪਟਨ ਸਰਕਾਰ ਦੀ ਪੈਦਾ ਹੋ ਗਏ, ਮੰਨ ਕੇ ਚਲੋ ਇੱਕੋ ਦਮ, ਜਾਂ ਉਦੋਂ ਪਹਿਲਾਂ ਅੱਤਵਾਦੀ ਹੈ ਹੀ ਕੋਈ ਨਹੀਂ ਸੀਗਾ। ਜਿਵੇਂ ਹੁਣ ਮੰਨ ਕੇ ਚਲੋ ਜੱਗੀ ਜੌਲ ਇੱਥੇ ਆਉਂਦਾਗਾ ਮੇਰੇ ਤੇ ਨਾ, ਜਦੋਂ ਮੈਂ ਫੜਿਆ ਜਾਂਦਾ 20/6/2017 ਨੂੰ ਮੇਰੀ ਅਰੈਸਟ ਹੁੰਦੀ ਆ, 21/6/2017 ਨੂੰ ਮੈਨੂੰ ਪੇਸ਼ ਕੀਤਾ ਜਾਂਦਾ ਹੈ, 26/6 ਨੂੰ ਮੇਰੇ ਲੋਕਲ ਥਾਣੇ ਦੇ ਵਿੱਚ ਚੌਂਕੀ ਦੇ ਵਿੱਚ ਪਰਚਾ ਕੱਟਿਆ ਜਾਂਦਾ ਜੀ, ਇੱਕ 25/54/59 ਦਾ ਕੱਲਾ ਪਰਚਾ ਕੱਟਿਆ ਜਾਂਦਾ। ਉਸ ਤੋਂ ਬਾਅਦ ਜੱਗੀ ਵੀਰ ਫੜਿਆ ਜਾਂਦਾ ਜੀ, ਉਹਨਾਂ ਨੂੰ ਜਦੋਂ ਜੱਗੀ ਜੌਲ ਆਈ ਜਿਹੜਾ ਇੰਗਲੈਂਡ ਆਇਆ ਤੋਂ ਵਿਆਹ ਕਰਨ ਆਇਆ ਸੀ ਵੀਰ, ਉਹਨੂੰ ਫੜਿਆ ਜਾਂਦਾ। ਜਦੋਂ ਫੜਿਆ ਜਾਂਦਾ ਤੇ ਉਹ ਤੋਂ ਬਾਅਦ ਫਿਰ ਮੇਰਾ ਰਿਮਾਂਡ ਲਿਆ ਜਾਂਦਾ ਜੀ। ਅੱਛਾ, ਹਾਂਜੀ। ਉਸ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਮੈਨੂੰ ਲਿਆ ਕੇ ਰਿਮਾਂਡ ਦੇ ਵਿੱਚ ਸਾਡੇ ਤੇ ਨਾਲੇ ਤਾਂ ਵਾਅਦਾ ਕੀਤਾ ਜਾਂਦਾ ਧਾਰਾ ਦਾ ਹੀ,
UAPA ਐਕਟ ਦੀ ਵਾਅਦਾ ਕਰ ਦਿੰਦੇ ਆ। ਫਰੀਦਕੋਟ ਕੇਸ ਉਹ ਬਰੀ ਹੋ ਗਿਆ ਵੈਸੇ ਤਾਂ, ਤੇ ਉਸ ਤੋਂ ਬਾਅਦ ਅਸੀਂ ਇਕੱਠਿਆਂ ਨੇ ਤਰੀਕਾਂ ਵੀ ਭੁਗਤ ਲੀਆਂ, ਇਕੱਠਿਆਂ ਨੇ ਬਾਈਆਂ ਨੇ, ਹਨਾ ਵੀ ਉਹਨਾਂ ਨਾਲ ਮਿਲਾਪ ਵੀ ਉਹ ਗੱਲਬਾਤ। ਵੈਸੇ ਅਸੀਂ ਕਿਸੇ ਨੂੰ ਜਾਣਦੇ ਨਹੀਂ ਸੀਗੇ ਇੱਕ ਦੂਜੇ ਨੂੰ, ਵੀ ਨਾ ਹੀ ਉਦੋਂ ਪਹਿਲਾਂ ਕਿਤੇ ਸੁਣਿਆ ਵੀ ਨਹੀਂ ਸੀਗਾ ਵੀ ਜੱਗੀ ਜੌਲ ਵੀਰ ਕੋਈ ਹੈ। ਹਾਂ ਵੀ ਜਾਂ ਗਗਨੇਜੇ ਵਾਲੇ ਕੇਸ ਜੋ ਵੀ ਹੋਏ, ਜਾਣੀ ਕਿ ਇੱਕੋ ਦਮ ਜਦੋਂ ਇਹ ਉਭਾਰ ਆਇਆ ਵੀ ਇਹ ਕਤਲ ਕੇਸਾਂ ਦੀ ਇੱਕ ਜਿਹੜੀ ਇਹਨਾਂ ਨੇ ਕਿਹਾ ਵੀ ਹਿੰਦੂ ਲੀਡਰਾਂ ਦਾ ਕਤਲ ਕੀਤੇ ਜਾਂਦੇ ਇੱਕ ਸਾਜ਼ਿਸ਼ ਦੇ ਤਹਿਤ, ਜਿਹਦੇ ਚ ਬੱਗਾ ਵੀਰ, ਸ਼ੇਰਾ ਵੀਰ ਇਹ ਸਾਰੇ ਅਰੈਸਟ ਹੋਏ। ਉਹਦੇ ਚ ਜੱਗੀ ਨੂੰ ਫੜਿਆ ਗਿਆ ਵੀਰ ਨੂੰ, ਤੇ ਜੱਗੀ ਜੌਲ ਦਾ ਮੇਰੇ ਨਾਲ ਸੰਬੰਧ ਬਣਾਇਆ ਗਿਆ ਜੀ, ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਇਹਨਾਂ ਨੇ ਆ 9 ਦੇ ਪਿਸਟਲਾਂ ਜਾਂ ਹੋਰ ਜਿੰਨੇ ਵੀ ਉਹਦੇ ਚ ਪਾਏ ਹੋਏ ਸੀਗੇ ਮੇਰੇ ਤੇ ਹਥਿਆਰ, ਵੀ ਉਹ ਜੱਗੀ ਜੌਲ ਨੇ ਮੇਰੇ ਨੂੰ ਭੇਜੇ ਆ ਜੀ। ਹਾਂ, ਤੇ ਉਹਦੇ ਕਰਕੇ ਤੁਹਾਡਾ ਰਿਮਾਂਡ ਲਿਆ ਗਿਆ ਜੀ ਹਾਂਜੀ, ਉਹਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਜਾਣੀ ਕਿ ਵੀ ਮੈਨੂੰ ਉੱਥੇ ਲੋਕਲ ਥਾਣੇ 'ਚ ਰੱਖਿਆ ਗਿਆ, ਤੇ ਜਿਹਦੇ ਵਿੱਚ ਜਾਣੀ ਕਿ ਵੀ ਜਿਹੜਾ ਉਹ ਅਫਸਰ ਆਪਸ ਵਿੱਚ ਗੱਲ ਕਰ ਰਹੇ ਸੀ ਨਾ ਜਦੋਂ, ਤੇ ਉਹਦੇ 'ਚ ਇਹ ਸੀਗਾ ਵੀ ਜੱਗੀ ਜੌਲ ਉੱਧਰ ਬੈਠਾ ਸੀਗਾ ਮਾਲ ਮੰਡੀ, ਤੇ ਮੈਂ ਉੱਥੇ ਲੋਕਲ ਥਾਣੇ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਰਹੇ ਸੀਗੇ ਜੀ ਅਸੀਂ ਇੱਕ ਦੂਜੇ ਨੂੰ। ਤੁਸੀਂ ਦੱਸਿਆ ਵੀ ਪਹਿਲੀ ਵਾਰ ਜਦੋਂ ਸਾਡਾ ਰਿਮਾਂਡ ਲਿਆ ਗਿਆ ਤੇ 7 ਦਿਨਾਂ ਦਾ ਲਿਆ ਗਿਆ, ਜਿਹੜਾ ਨਹੀਂ ਲਿਆ ਜਾਂਦਾ। ਉਸ ਤੋਂ ਬਾਅਦ ਦੇ ਵਿੱਚ ਕਿੰਨੇ ਦਿਨਾਂ ਦਾ ਤੁਹਾਡਾ ਰਿਮਾਂਡ ਲਿਆ ਗਿਆ? 7 ਦਿਨਾਂ ਤੋਂ ਬਾਅਦ ਫਿਰ 3 ਦਿਨ ਹੀ, ਫਿਰ 4 ਦਿਨ, ਜਾਣੀ ਕਿ ਵੀ 11-12 ਦਿਨ ਟੋਟਲੀ ਇਹ ਲਿਆ, ਜਾਣੀ ਕਿ ਵੀ ਸਾਡਾ ਰਿਮਾਂਡ ਲਗਾਤਾਰ ਹੀ। ਉਸ ਤੋਂ ਬਾਅਦ ਮੈਂ ਜਾਣੀ ਕਿ 25 ਦਿਨ ਟੋਟਲੀ ਰਿਮਾਂਡ ਚੱਲਿਆ। 3 ਪਰਚੇ ਮੇਰੇ ਤੇ UAPA ਐਕਟ 'ਚ ਪਾਤੇ ਜੀ, ਇੱਕ ਨਵੇਂ ਸ਼ਹਿਰ ਪਾਇਆ ਜੀ, ਇੱਕ ਫਰੀਦਕੋਟ ਤੇ ਇੱਕ ਰਮਦਾਸ ਥਾਣੇ ਦਾ ਜੀ। ਅੱਛਾ, ਹਾਂਜੀ, 3 ਥਾਣਿਆਂ ਦੇ ਵਿੱਚ। ਫਿਰ ਵੇਖੋ, ਇੱਕ ਮੈਂ ਤੁਹਾਨੂੰ ਨਿੱਕੀ ਜੀ ਗੱਲ ਵਿੱਚ ਦੀ ਵਿੱਚ ਦੱਸਣੀ ਚਾਹੁੰਦਾ, ਜਿਹੜਾ ਸਾਡੇ ਨਾਲ ਹਿੰਦੂ ਵੀਰ ਆ, ਹਾਂ, ਇਹਨੂੰ 1 ਸਾਲ ਬਾਅਦ ਬੇਲ ਮਿਲ ਜਾਂਦੀ ਹੈ ਜੀ। ਅੱਛਾ, 1 ਸਾਲ ਬਾਅਦ ਇਹਨੂੰ ਬੇਲ ਮਿਲ ਜਾਂਦੀ ਆ। ਇਹਦੇ ਤੇ ਬਾਕੀ ਸ਼ੀਆਂ ਨੂੰ ਕੋਈ ਬੇਲ ਨਹੀਂ ਜੀ, ਖਾਸ ਕਰਕੇ ਕਿਉਂਕਿ ਇਹ ਸਿੱਖ ਆ, ਉਹ ਹਿੰਦੂ ਆ, ਉਹਨੂੰ ਬੇਲ ਦਿੱਤੀ ਜਾਂਦੀ ਹੈ। ਤੇ ਇਲਜ਼ਾਮ ਉਹਦੇ ਤੇ ਇਹ ਸੀਗਾ ਵੀ ਹਥਿਆਰਾਂ ਦੀ ਸਪਲਾਈ ਇਸ ਬੰਦੇ ਨੇ ਸਾਨੂੰ ਕੀਤੀ ਆ। ਅੱਛਾ, ਸਭ ਤੋਂ ਵੱਡਾ ਤਾਂ ਦੋਸ਼ੀ ਉਹ ਆ ਹਿਸਾਬ ਨਾਲ। ਹਾਂਜੀ, ਵੀ ਉਹ ਹਥਿਆਰਾਂ ਨੂੰ ਸਪਲਾਈ ਉਹ ਕਰ ਰਿਹਾ, ਸਾਡੇ ਰੱਖਣ ਵਾਲੇ ਆ, ਜਾਣੀ ਕਿ ਸਾਨੂੰ ਕਈ ਖਾਮਿਆਜਾ ਤਾਂ ਇਹੀ ਭੁਗਤਣਾ ਪੈਂਦਾ। ਜਿਵੇਂ ਹੁਣ ਸਿਰ ਤੇ ਦਮਾਲੇ ਸੱਜ ਗਿਆ, ਜ਼ਿਆਦਾਤਰ ਸਾਨੂੰ ਇਹੀ ਸੰਕਟ ਸਹਿਣਾ ਪੈਂਦਾ ਵੀ ਅਸੀਂ ਗੁਰੂ ਦੇ ਸਿੱਖ ਆ, ਹਨਾ, ਵੀ ਗੁਰੂ ਦੀ ਗੱਲ ਕਰਦੇ ਆ ਜਾਂ ਕੌਮ ਦੀ ਗੱਲ ਕਰਦੇ ਆ ਜਾਂ ਸੱਚ ਦੀ ਗੱਲ ਕਰਦੇ ਆ। ਇਸ ਕਰਕੇ ਟਾਰਗੇਟ ਸਿੱਖਾਂ ਨੂੰ ਹੀ ਹਮੇਸ਼ਾ ਨੌਜਵਾਨੀ ਨੂੰ ਕੀਤਾ ਜਾਂਦਾ ਜੀ। ਕਮਾਲ ਦੀ ਗੱਲ ਤੁਸੀਂ ਦੱਸੀ ਵੀਰ ਜੀ, ਵੀ ਬਾਕੀਆਂ ਨੂੰ ਕਰੀਬ ਕਿੰਨੇ ਸਾਲ ਜੇਲ੍ਹ ਵਿੱਚ ਰਹਿਣਾ ਪਿਆ, ਤੇ ਉਸ ਵੀਰ ਨੂੰ ਕਰੀਬ 1 ਸਾਲ ਰਹਿਣਾ ਪਿਆ ਤੇ ਉਹਨੂੰ ਬੇਲ ਮਿਲ ਗਈ, ਤੇ ਬਾਕੀਆਂ ਨੂੰ ਬੇਲ ਨਹੀਂ ਮਿਲੀ। ਇੱਥੇ ਕਿਤੇ ਨਾ ਕਿਤੇ ਪੱਖਪਾਤ ਆ ਗਿਆ, ਪੂਰਾ ਜੀ, ਪੂਰਾ ਸ਼ਰੇਆਮ। ਅਸੀਂ ਕਹਿੰਦੇ ਆ ਵੀ ਕੋਟਾਂ ਨਿਆਂ ਕਰਦੀਆਂ ਨੇ। ਫਿਰ ਵੇਖੋ ਤੁਸੀਂ ਇਹਦੇ 'ਚ ਸਭ ਤੋਂ ਵੱਡੀ ਗੱਲ ਵੇਖੋ ਜੀ, ਇੱਕ ਨਾ ਵੀ ਟਾਈਮ ਪੀਰੀਅਡ ਹੁੰਦਾ, ਇੱਕ ਬੇਲ ਲਾਉਣ ਦਾ ਇੱਕ ਤਰੀਕਾ ਹੁੰਦਾਗਾ। ਅਸੀਂ ਜਾਣੀ ਕਿ ਵੀ ਉਹਦਾ ਵੀ ਮੇਨ ਸੋਚਦੇ ਸੀ, ਅਸੀਂ ਤਾਂ ਸੋਚੀ ਨਹੀਂ ਸੀਗੀ ਬੇਲ ਲਾਈਏ। ਜਾਂ ਉਦੋਂ ਪਹਿਲਾਂ ਸਾਡੇ ਬਾਬਾ ਮਾਨ ਸਿੰਘ, ਸ਼ੇਰ ਸਿੰਘ ਸੀ, ਉਹਨਾਂ ਤੇ ਤਾਂ ਇੰਨੇ ਹਥਿਆਰ ਪਾਏ ਹੋਏ ਸੀ, ਉਹ ਉਹਨਾਂ ਨੇ ਵੈਸੇ ਹੀ ਨਹੀਂ ਸੋਚਿਆ ਸੀਗਾ ਵੀ ਅਸੀਂ ਬੇਲ ਲਾਈਏ। ਜਿੰਨੇ ਵੀ ਬੇਲ ਲਾਈ, ਜਿਵੇਂ MP ਵਾਲੇ ਵੀਰਾਂ ਨੇ ਜਿਹੜੇ ਸੀਗੇ, ਇਹੀ ਬੇਲ ਲਾਉਂਦੇ ਸੀਗੇ। ਤੇ ਜਦੋਂ ਉਹਨਾਂ ਦੀ ਹਾਈ ਕੋਰਟੋਂ ਵੀ ਰਿਜੈਕਟ ਕਰਤੀ, ਦੂਜੇ ਦੀ ਬਲਕਾਰ ਸਿੰਘ ਦੀ, ਤੇ ਦੂਜੇ ਵੀਰ ਦੀ ਵੀ ਕਰਤੀ ਜੀ, ਹਾਈ ਕੋਰਟ ਨੇ ਰਿਜੈਕਟ। ਇਹਦੀ ਫਸਟ ਟਾਈਮ ਲਾਉਨੇ ਆ, ਫਸਟ ਟਾਈਮ ਸੈਸ਼ਨ ਕੋਰਟ ਦੇ ਵਿੱਚ ਕੇਸ ਦੇ ਵਿੱਚ ਰੱਖੀ ਜਾਂਦੀ ਆ ਬੇਲ, ਰੱਖੀ ਨਾਰਮਲ ਕੋਰਟ ਦੇ ਵਿੱਚ, ਜਿੱਥੇ ਸਾਡਾ ਟ੍ਰਾਇਲ ਚੱਲ ਰਿਹਾ। ਫਸਟ ਟਾਈਮ ਪਹਿਲੀ ਤਰੀਕ ਜਿਹੜਾ ਜੱਜ ਦਿੰਦਾਗਾ, ਜਿਵੇਂ ਮੰਨ ਕੇ ਚਲੋ 1 ਤਰੀਕ ਨੂੰ ਲਾਤੀ ਆਪਾਂ ਬੇਲ, ਤੇ 5 ਤਰੀਕ ਉਹਨੇ ਤਰੀਕ ਦਿੱਤੀ ਆ ਵੀ ਬੇਲ ਤੇ ਇਹਦੇ ਤੇ ਬਹਿਸ ਹੋਊਗੀ, ਤੇ 5 ਤਰੀਕ ਨੂੰ ਐਕਸੈਪਟ ਕਰਕੇ ਬੇਲ ਗਰਾਂਟਡ ਆ ਤੇ ਬੰਦਾ ਬਾਹਰ ਆ ਜੀ। ਵੇਖੋ ਤੁਸੀਂ ਵੀ ਸਾਨੂੰ ਤਰੀਕਾਂ ਹੀ ਪਾਈ ਜਾਂਦੇ ਆ। ਉਹਦੀ ਸਿਰਫ ਇੱਕੋ ਤਰੀਕ ਦਿੱਤੀ ਆ ਤੇ ਇੱਕੋ ਤਰੀਕ 'ਚ ਉਹਦੀ ਬੇਲ ਹੋ ਗਈ ਆ ਜੀ। ਓਹੋ, ਇੱਥੇ ਤਾਂ ਬਹੁਤ ਵੱਡਾ ਪੱਖਪਾਤ ਤੁਸੀਂ ਜਿਹੜਾ ਇਹ ਦੱਸ ਦਿੱਤਾ। ਹੁਣ ਤੁਸੀਂ ਯੂਆਪੇ ਦੇ ਵਿੱਚ ਵੀਰ ਜੀ ਜੇਲ੍ਹ ਦੇ ਵਿੱਚ ਰਹਿ ਜੇ, ਹੁਣ ਭਾਣਾ ਜਿਹੜਾ ਵਾਪਰਿਆ ਤਖਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਦੇ ਉੱਪਰ, ਇੱਕ ਡੇਰਾ ਪ੍ਰੇਮੀ ਵੱਲੋਂ ਸਿਗਰਟ ਪੀ ਕੇ ਗੁਰੂ ਸਾਹਿਬ ਵੱਲ ਧੂੰਆਂ ਸੁੱਟਣਾ ਤੇ ਸਿਗਰਟ ਪੀ ਕੇ ਤੇ ਉੱਥੇ ਦੀ ਮਾਨ ਮਰਜ਼ਾਦਾ ਨੂੰ ਭੰਗ ਕਰਨਾ, ਇਹ ਉਹਦੀ ਕੋਝੀ ਚਾਲ ਸੀ। ਤੇ ਵੀਰ ਜੀ ਸਾਡੀ ਸਰਮੋਰ ਜਥੇਬੰਦੀ SGPC ਉਹ ਕਹਿੰਦੀ ਅਸੀਂ ਯੂਆਪਾ ਲਵਾਤਾ ਉਸ ਦੋਸ਼ੀ ਦੇ ਉੱਪਰ, ਅੱਜ ਤੱਕ ਕਿਸੇ ਨੇ ਯੂਆਪਾ ਨਹੀਂ ਲਾਇਆ। ਹੁਣ ਯੂਆਪੇ ਦੇ ਅੰਦਰ ਤੁਸੀਂ ਵੀ ਰਹਿ ਜੇ ਅੰਦਰ, ਤੇ ਕੀ ਇਹਦੇ ਤੇ ਕਿੰਨਾ ਕੁ ਅਸਰ ਪਏਗਾ? ਯੂਆਪਾ ਤਾਂ ਉਸ ਬੇਅਦਬੀ ਕਰਨ ਵਾਲੇ ਤੇ ਲੱਗਾ, ਕੋਈ ਅਸਰ ਹੋਏਗਾ ਕਿ ਨਹੀਂ ਹੋਏਗਾ? ਬਿਲਕੁਲ ਨਹੀਂ ਹੋਊਗਾ, ਬਿਲਕੁਲ ਨਹੀਂ ਜੀ, ਕੋਈ ਰਿਮਾਂਡ ਨਹੀਂ ਉਹਦਾ ਮਿਲਣਾ। ਜਿਵੇਂ ਹੁਣ ਰਿਮਾਂਡ ਲੈ ਕੇ ਇਹ ਵੀ ਲਿਆ ਗਿਆ ਰਿਮਾਂਡ ਤਾਂ ਉਹਦੀ ਇਨਕੁਆਇਰੀ ਲਈ ਲਿਆ ਗਿਆ ਨਾ, ਵੀ ਉਹ ਸੰਗਤਾਂ ਦੇ ਪ੍ਰੈਸ਼ਰ ਕਰਕੇ ਰੱਖ ਲਓ ਜਾਂ ਕਿਸੇ ਕਰਕੇ ਰੱਖ ਲਓ। ਜਿਹੜਾ ਜਵਾਪਾ ਪਹਿਲੇ 1 ਹਫ਼ਤੇ ਦੇ ਵਿੱਚ ਜਿਸ ਦਿਨ FIR ਕੱਟੀ ਜਾਣੀ ਆ
ਤੇ ਇਹ ਕੋਈ ਜਵਾਪਾ ਜਿਹੜਾ ਜੀ ਇਹ ਐਕਟ ਹੈ, ਕੋਈ ਧਾਰਾ ਨਹੀਂ ਗੀ, ਇਹ ਸਪੈਸ਼ਲੀ ਐਕਟ ਲੱਗਦਾਗਾ। ਇਹਦੀ ਗ੍ਰਹਿ ਮੰਤਰਾਲੇ ਤੋਂ ਪਹਿਲੇ 1 ਹਫ਼ਤੇ ਦੇ ਵਿੱਚ ਫਸਟ ਟਾਈਮ ਜਿਸ ਦਿਨ FIR ਕੱਟੀ ਗਈ ਉਹ ਪਹਿਲੇ 7 ਦਿਨਾਂ ਦੇ ਵਿੱਚ ਗ੍ਰਹਿ ਮੰਤਰਾਲੇ ਤੋਂ ਉਹਦੀ ਰਿਕਮੈਂਡੇਸ਼ਨ ਲੈਣੀ ਆ, ਉਹਦੀ ਆਗਿਆ ਲੈਣੀ ਆ ਵੀ ਲਾਉਣੀ ਆ ਅਸੀਂ ਇਹਦੇ ਤੇ। ਦੂਜੀ ਗੱਲ, ਫਿਰ ਇੱਕ DSP ਉਹ ਸਪੈਸ਼ਲੀ ਇਸ ਗੱਲ ਲਈ ਮੋਹਤਵਾਰ ਹੁੰਦਾ ਜਾਂ ਉੱਥੇ ਮੌਜੂਦ ਹੋਊਗਾ ਕਿਸੇ ਵੀ ਕੰਮ ਲਈ, ਤੇ ਉਹੀ ਇਸ ਪਰਚਾ UAPA ਦਾ DSP ਕੱਟ ਸਕਦਾ, ਉਦੋਂ ਛੋਟਾ ਅਫਸਰ ਕੱਟ ਹੀ ਨਹੀਂ ਸਕਦਾ। ਠੀਕ ਹੈ ਜੀ। ਫਿਰ UAPA ਮੰਨ ਕੇ ਚਲੋ, ਫਿਰ ਇਹਨਾਂ ਨੇ ਵਿਖਾਈਆਂ ਜਾਂਦੀਆਂ UAPA ਐਕਟ ਉਸ ਬੰਦੇ ਤੇ ਲਾਉਂਦੇ ਆ ਜਿਹੜੀਆਂ ਭਾਰਤੀ ਸੰਵਿਧਾਨਕ ਤੌਰ ਤੇ ਜਿਹੜੀਆਂ ਜਥੇਬੰਦੀਆਂ ਨੂੰ ਇਹਨਾਂ ਨੇ ਰੈੱਡ ਅਲਰਟ ਦੇ ਵਿੱਚ ਘੋਸ਼ਿਤ ਕੀਤਾ ਵਿਆ, ਜਿਵੇਂ KLF ਲਾ ਲਓ, ਜਿਵੇਂ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਆ, ਜਿਵੇਂ ਐਂ ਕਾਫੀ ਜਥੇਬੰਦੀਆਂ ਜਿਨ੍ਹਾਂ ਨੇ ਇਹਨਾਂ ਨੇ ਵੀ ਉਹਨਾਂ ਤੇ ਬੈਨ ਕੀਤਾ ਵਿਆ ਵੀ ਇਹ ਸਰਕਾਰ ਦੇ ਜਾਂ ਹਿੰਦੁਸਤਾਨ ਦੇ ਜਾਂ ਭਾਰਤ ਦੇ ਪ੍ਰਤੀ ਗਲਤ ਗਤੀਵਿਧੀਆਂ ਜਾਂ ਅੱਤਵਾਦੀ ਗਤੀਵਿਧੀਆਂ ਕਰਦੀਆਂ। ਇਹ ਉਹਨਾਂ ਦੇ ਵਿੱਚ ਜਿਵੇਂ ਸਾਨੂੰ ਸ਼ਾਮਲ ਕੀਤਾ ਗਿਆ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਵਿੱਚ ਲਖਵੀਰ ਸਿੰਘ ਰੋਡੇ ਜੀ ਨਾਲ ਸਾਨੂੰ ਜੋੜਿਆ ਗਿਆ ਵੀ ਇਹਨਾਂ ਦਾ ਜਿਹੜੀ ਗੱਲਬਾਤ ਆ ਉਹ ਲਖਵੀਰ ਸਿੰਘ ਰੋਡੇ ਦੇ ਨਾਲ ਤੇ ਇਹ ਉਹਨਾਂ ਨਾਲ ਮਿਲ ਕੇ ਹਥਿਆਰ ਮੰਗਾਉਂਦੇ ਆ ਤੇ ਪੰਜਾਬ ਦੇ ਵਿੱਚ ਅੱਤਵਾਦ ਦੁਬਾਰਾ ਸ਼ੁਰੂ ਕਰਨ ਲਈ ਕੋਸ਼ਿਸ਼ ਕਰਦੇ ਆ। ਜਿਹੜੀ ਗੱਲ ਆ ਇਹਦੇ ਤੇ ਲੱਗਣ ਦੀ, ਨਾ ਗ੍ਰਹਿ ਮੰਤਰਾਲੇ ਤੋਂ ਇਹਦਾ ਹੋਣਾ ਜੀ ਕੋਈ, ਠੀਕ ਹੈ ਜੀ, ਨਾ ਉੱਥੇ DSP ਆ, ਕੱਲਾ ਲਿਖਣ ਦੇ ਨਾਲ UAPA ਨਹੀਂ ਲੱਗਦਾ ਜੀ ਐਕਟ। ਫਿਰ ਮੰਨ ਕੇ ਚਲੋ, ਫਿਰ ਉਹ ਇੱਕ ਪਲੰਦਾ ਤਿਆਰ ਕਰਦੇ ਆ 6 ਮਹੀਨਿਆਂ ਬਾਅਦ, ਇਹ 180 ਦਿਨਾਂ ਬਾਅਦ ਆਮ ਨੋਰਮਲ ਕੇਸਾਂ ਦੇ ਵਿੱਚ ਜਿਹੜਾ ਚਲਾਨ ਸਬਮਿਟ ਕਰਨਾ ਹੁੰਦਾ ਹੈਗਾ ਉਹ 3 ਮਹੀਨਿਆਂ 'ਚ ਕਰਨਾ ਹੁੰਦਾ, ਇਹਦੇ ਲਈ ਉਹ 6 ਮਹੀਨੇ ਲੈ ਸਕਦੇ ਆ ਜੀ। ਠੀਕ ਹੈ ਜੀ। ਫਿਰ ਉਹ ਚਲਾਨ ਦੇ ਵਿੱਚ ਪੂਰਾ ਵੇਰਵਾ ਪਾਉਂਦੇ ਆ ਹਰੇਕ ਕੱਲੀ ਗੱਲ ਦਾ, ਵੀ ਮੰਨ ਕੇ ਚਲੋ ਇਸ ਜਥੇਬੰਦੀ ਦਾ ਇਹ ਮੈਂਬਰ ਆ ਬੰਦਾ ਇਹ ਕਰਦਾ ਸੀ, ਇਹਨੂੰ ਇੰਨਾ ਫੰਡ ਆਇਆਗਾ, ਇੰਨਾ ਇਹਨੇ ਪੈਸਾ ਲਿਆਂਦਾਗਾ, ਆਹ ਚੀਜ਼ ਇਹਨੂੰ ਬਾਹਰੋਂ ਫੋਰਨ ਤੋਂ ਫੰਡਿੰਗ ਹੋਈ ਆ। ਜਿਵੇਂ ਮੰਨ ਕੇ ਚਲੋ ਉਹਦੇ 'ਚ ਮੈਂ ਵੇਖਿਆ UAPA ਦੇ ਵਿੱਚ 18 ਧਾਰਾਂ ਲਾਈ ਆ, ਸਾਡੇ ਤੇ ਲੱਗੀ ਸੀ 17, 18, 19 ਤੇ 20। 17 ਹੈਗੀ ਆ ਜੀ ਫੰਡਿੰਗ ਦੀ, ਪੈਸਾ ਆਉਣਾ। 18 ਹੈਗੀ ਆ ਸ਼ਾਇਦ ਜਥੇਬੰਦੀ ਦਾ ਗਰੋਹ ਦੇ, ਨਹੀਂ 18 ਹੈਗੀ ਆ ਕਿਸੇ ਅੱਤਵਾਦੀ ਨੂੰ ਪਨਾਹ ਦੇਣੀ, ਅੱਤਵਾਦੀ ਦਾ ਉਹ ਮੈਂਬਰ ਹੋਊਗਾ। ਹੁਣ ਇਹ ਸਾਨੂੰ ਲੋਕ ਇੰਨਾ ਬਦਨਾਮ ਕਰ ਦਿੰਦੇ ਆ ਵੀ ਸਾਨੂੰ ਅੱਜ ਅੱਤਵਾਦੀ ਕਹਿਤਾ, 3.5 ਸਾਲਾਂ ਬਾਅਦ UAPA ਦੇ ਵਿੱਚੋਂ ਬਰੀ ਕਰਤਾ। ਅੱਜ ਤਾਈਂ ਹੁਣ ਦੱਸੋ ਵੀ ਅਸੀਂ ਕਿਹਨੂੰ ਦੱਸਦੇ ਫਿਰ ਗਏ ਵੀ ਅਸੀਂ ਅੱਤਵਾਦੀ ਨਹੀਂ। ਸਾਰੀ ਪ੍ਰੈਸ 'ਚ ਸਾਰੇ ਕਿਤੇ ਮੀਡੀਆ 'ਚ ਇਹਨਾਂ ਨੇ ਵੀ ਅੱਤਵਾਦੀ ਫੜਿਆ ਹਨਾ। ਮੰਨ ਕੇ ਚਲੋ ਅਸੀਂ ਆਪਦੀ ਸਫਾਈ 'ਚ ਅੱਜ ਕਿਹਨੂੰ ਦੱਸਾਂਗੇ ਵੀ ਅਸੀਂ ਅੱਤਵਾਦੀ ਨਹੀਂ ਗੇ ਭਾਈ, ਅਸੀਂ ਤਾਂ ਬਰੀ ਹੋ ਗਏ ਆ। ਜਿਸ ਦਿਨ ਅਸੀਂ ਬਰੀ ਹੁੰਨੇ ਆ ਉਸ ਦਿਨ ਕਿਤੇ ਵੀ ਕੋਈ ਵੀ ਫੈਸਲਾ ਨਹੀਂ ਆਉਂਦਾ ਜਾਂ ਕੋਈ ਵੀ ਕਿਸੇ ਅਖਬਾਰ 'ਚ ਨਹੀਂ ਲੱਗਦਾ ਵੀ ਇਹ ਅੱਤਵਾਦੀ ਦੀ ਜਿਹੜੀ ਧਾਰਾ ਲੱਗੀ ਸੀ ਉਹਦੇ 'ਚੋਂ ਬਰੀ ਕੀਤਾ ਜਾਂਦਾ। ਤੇ ਜਿਹੜੀ ਗੱਲ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਤੇ ਲੱਗਣ ਦੀ UAP, ਇਹਦੇ 'ਚ ਤਾਂ ਸਾਫ਼ ਗੱਲ ਹੈ ਜੀ, ਇਹ ਕੋਝੇ ਮਜ਼ਾਕ ਸਿੱਖ ਕੌਮ ਨਾਲ, ਜਿਵੇਂ ਸਿੱਖਾਂ ਨੂੰ ਚੜਾਉਣ ਵਾਸਤੇ। ਤੇ ਕਈ ਜਿਵੇਂ ਉਸ ਦਿਨ ਵੀਰ ਅਮਰਤਪਾਲ ਸਿੰਘ ਮਹਿਰੋ ਜਿਵੇਂ ਖੁਸ਼ੀ ਦਾ ਪ੍ਰਗਟਾਵਾ ਇਹਨਾਂ ਨੇ ਕੀਤਾ ਗਾ ਵੀ UAPA ਦੇ ਦੌਰਾਨ ਵੀ ਅਸੀਂ UAPA ਲਵਾ ਲਈ ਆ, ਸਾਨੂੰ ਬੜੀ ਜਿੱਤ ਹੈ ਇਹ। ਵੇਖੋ ਬੀਬੀ ਜਗੀਰ ਕੌਰ ਪ੍ਰਧਾਨ SGPC ਉਹਨਾਂ ਵੀ ਇਸ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਅਸੀਂ ਜਵਾਪਾ ਲਾਤਾ ਹੈ, ਹੁਣ ਉਹਦੇ ਤੇ ਬਹੁਤ ਤਸ਼ੱਦਦ ਹੋਏਗਾ। ਵੇਖੋ ਜੀ, ਜਿਹੜੀ ਤਾਂ ਹੈਗੀ ਆ ਜਗੀਰ ਕੌਰ ਜੀ ਦੀ ਗੱਲ, SGPC ਵਾਲਿਆਂ ਦੀ ਗੱਲ ਆ, ਇਹ ਤਾਂ ਸਰਕਾਰਾਂ ਦੇ ਹੱਥ ਠੋਕ ਕੇ ਬਣੇ ਵੇ ਆ। ਇਹ ਤਾਂ ਸਿੱਖਾਂ ਦੇ ਉਲਟ ਜਿੰਨਾ ਵੀ ਹੁਣ ਕੁੜੀ ਮਾਰ ਨੜੀ ਮਾਰ ਨੂੰ ਤਾਂ ਆਪਾਂ ਸ਼ਾਮਲ ਨਹੀਂ ਕਰਦੇ ਪੰਥ 'ਚ, ਤੇ ਇਹਨੂੰ ਪ੍ਰਧਾਨ ਬਣਾਇਆ ਕੁੜੀ ਮਾਰ ਨੂੰ ਜੀ। ਠੀਕ ਹੈ ਜੀ। ਬੇਅਦਬੀ ਕਰਨ ਵਾਲੇ ਲੋਕ ਆ, ਇਹਨਾਂ ਦਾ ਜਿਹੜਾ ਵੀ ਆਪਾਂ ਸਾਰਾ ਪਾਸਟ ਜਾਣਦੇ ਆ, ਜਿੰਨਾ ਵੀ ਇਹਨਾਂ ਨੇ ਆਪਣੇ ਸਾਹਮਣੇ ਗੁਜ਼ਾਰਿਆ ਗਾ। ਵੇਖੋ ਜਿਹੜੀ ਆਮ ਲੋਕਾਂ ਦੀ ਜਾਂ ਹੋਰ SGPC ਨੂੰ ਛੱਡ ਕੇ ਜੇ ਗੱਲ ਕਰੀਏ ਤਾਂ ਜਿਵੇਂ ਮੰਨ ਕੇ ਚਲੋ ਅਮਰਤਪਾਲ ਮਹਿਰੋ ਨੇ ਕਈ ਵੀਰ ਨੇ ਗੱਲ ਵੀ ਅਸੀਂ ਯਾਰ ਉਹਦੇ ਤੇ ਵੀ ਪਹਿਲਾ ਕੇਸ ਸੀਗਾ ਮੇਰੇ ਕੋਲੇ ਤੇ ਮੈਂ ਪਹਿਲੇ 'ਚ ਹੀ ਹੱਲ ਕਰਤਾ। ਨਹੀਂ ਯਾਰ, ਕੋਈ ਹੱਲ ਨਹੀਂ ਹੋਇਆਗਾ। ਇਹ ਤਾਂ ਸਾਨੂੰ ਅਸੀਂ ਉਲਟਾ ਜਾਣ ਦਿੱਤਾ, ਉਹ ਬੰਦਾ ਸਾਫ ਸੁਥਰਾ ਉਹ ਨਿਕਲ ਗਿਆ। ਉਦੋਂ ਬਾਅਦ ਕਾਨਫਰੰਸ ਹੋਈ, ਮੰਨ ਕੇ ਚਲੋ ਪੁਲਿਸ ਨੇ ਕੀਤੀ ਆ ਵੀ ਉਹ 1 ਸਾਲ ਤੋਂ ਡੇਰੇ ਨਾਲ ਕੋਈ ਸਬੰਧ ਨਹੀਂਗਾ ਉਹਦਾ। ਠੀਕ ਆ ਜੀ, ਕੋਈ ਉਹਦਾ ਸੰਬੰਧ ਉਹ ਵੀ ਤੋੜਤਾ ਉਹਨਾਂ ਨੇ 1 ਸਾਲ ਦੇ ਵਿੱਚ। ਫਿਰ ਨਾਲ ਹੀ ਉਹਨਾਂ ਨੇ ਕਹਿਤਾ ਇਹ ਮੰਦਬੁੱਧੀ ਆ ਜੀ, ਇਹ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਰੱਖ ਲਓ, ਜਾਂ ਜਿਹਨੂੰ ਆਪਾਂ ਕਹਿ ਦੇਣਗੇ ਡਿਪਰੈਸ਼ਨ ਦਾ ਸ਼ਿਕਾਰ ਆ। ਜਿਹੜੇ ਵੀ ਪਾਗਲ ਹੈ, ਹਾਂਜੀ, ਜਿਹੜੇ ਵੀ ਬੰਦੇ ਅੱਜ ਤਾਈਂ ਬੇਅਦਬੀਆਂ ਕੀਤੀਆਂ ਜਿੰਨਿਆਂ ਵੀ ਬੰਦਿਆਂ ਨੇ ਜੀ, ਉਹਨਾਂ ਨੂੰ ਸਾਰਿਆਂ ਨੂੰ ਇਹੀ ਕਿਹਾ ਜਾਂਦਾ ਵੀ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਜਾਂ ਮੰਦਬੁੱਧੀ ਆ। ਜਾਂ ਵੇਖੋ ਜੀ, ਜਿਹੜਾ ਵੀ ਬੇਅਦਬੀ ਆ ਕਰਦਾ ਇਹਨਾਂ ਨੂੰ ਗੁਰੂ ਘਰ ਹੀ ਦਿੰਦਾ। ਮੇਰਾ ਤਾਂ ਇੱਕ ਸਾਫ਼ ਫੈਸਲਾ ਜੀ, ਵੇਖੋ ਮੇਰਾ ਆਪਦਾ ਓਪੀਨੀਅਨ ਆ ਜਿਹੜਾ ਇਹਦੇ ਤੇ, ਜਿਸ ਦਿਨ ਅਸੀਂ
ਕਿਸੇ ਵੀ ਬੇਅਦਬੀ ਕਰਨ ਆਏ ਦਾ, ਗੁਰੂ ਘਰ ਆਏ ਦਾ ਜਿਹੜਾ ਵੀ ਉੱਥੇ ਲਿਹਾਜ਼ ਕਰਦੇ ਆ ਜਾਂ ਫੜ ਕੇ ਪੁਲਿਸ ਨੂੰ ਫੜਾਉਣੇ ਆ, ਇਹ ਸਾਡਾ ਕੋਈ ਹੱਲ ਨਹੀਂ। ਇਨਕੁਆਇਰੀਆਂ ਬਾਅਦ ਚੋਂ ਕਰਨੀਆਂ, ਪਹਿਲਾਂ ਉਹਦਾ ਸਿਰ ਲਾ ਕੇ ਵੱਢਣਾ ਸਾਡਾ ਹੱਕ ਬਣਦਾ ਜੇ ਅਸੀਂ ਗੁਰੂ ਦੇ ਅਸਲੀ ਸੱਚੇ ਸੁੱਚੇ ਸਿੱਖ ਕਹਿੰਦੇ ਆ। ਜਾਂ ਜਿਵੇਂ ਮੰਨ ਕੇ ਚਲੋ ਵੀ ਅਸੀਂ ਜਥੇਦਾਰ ਸਾਹਿਬਾਨਾਂ ਤੋਂ ਸੁਣਿਆ, ਉਸ ਤੋਂ ਬਾਅਦ ਗੁਰਬਾਣੀ ਪੜ੍ਹੀ, ਵਿਚਰੇ ਆ, ਉਹਨਾਂ ਨੇ ਕਿਹਾ ਵੀ ਹਨਾ ਸਭ ਹਰਾਮ ਜੇਤਾ ਕੇ ਛਕਾਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੇ ਛਕਾਏ, ਪਹਿਲਾ ਮਰਨ ਹਾਂਜੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹਨਾ ਸਾਨੂੰ ਇਹ ਸਿਖਾ ਕੇ ਚਲੋ ਸਾਡੇ ਲਈ ਤਾਂ ਉਹ ਹਰਾਮ ਹੋ ਗਿਆ, ਤੇ ਜਿਹੜੇ ਸਾਡੇ ਜਥੇਦਾਰ ਸੀਗੇ ਉਹਨਾਂ ਲਈ ਇਹ ਹਰਾਮ ਨਹੀਂ ਹੋਇਆ। ਉਹਨਾਂ ਨੇ ਉਹਨਾਂ ਦੇ ਜਦੋਂ ਕਮਰਾਬੰਦ ਮੀਟਿੰਗਾਂ ਹੁੰਦੀਆਂ ਨਾ ਜੀ, ਉੱਥੇ ਉਹਨਾਂ ਨਾਲ ਕੋਈ ਹਰਾਮ ਨਹੀਂਗਾ, ਸਭ ਇੱਕ ਹੀ ਆ ਇਹ, ਭਾਵੇਂ ਉਹ ਸਾਡੇ ਜਥੇਦਾਰ ਆ ਤੇ ਭਾਵੇਂ ਸਾਡੀ ਕੋਈ ਵਿਰੋਧੀ ਟੀਮ। ਅੰਮ੍ਰਿਤਪਾਲ ਮਹਿਰੋ ਨੇ ਬਹੁਤ ਵੱਡਾ ਇੱਕ ਚਿੱਠਾ ਪੇਸ਼ ਕਰ ਦਿੱਤਾ ਇਸ ਤਰੀਕੇ ਦਾ, ਮੈਂ ਆ ਇਨਕੁਆਇਰੀ ਕੀਤੀ ਆ, ਬੰਦੇ ਇੱਥੋਂ ਆਏ ਆ, ਇੱਥੇ ਰਹੇ ਆ, ਨਸ਼ਾ ਛਡਾਊ ਮੁਕਤੀ ਕੇਂਦਰ ਦੇ ਵਿੱਚ ਵੀ ਰਹੇ ਆ, ਮੁਦਕੀ ਦਾ ਉਹਨਾਂ ਨੇ ਨਾਮ ਲਿਆ, ਚੰਦਲ ਜੀ ਦਾ ਨਾਮ ਲਿਆ, ਸਤਨਾਮ ਸਿੰਘ, ਹਾਂਜੀ ਸਤਨਾਮ ਸਿੰਘ ਚੰਦਲ ਹੁਣਾਂ ਦਾ, ਉਹਨਾਂ ਨੇ ਸਪਸ਼ਟੀਕਰਨ ਵੀ ਆਪਣਾ ਦੇ ਦਿੱਤਾ ਹੈ, ਇੱਥੋਂ ਤੱਕ ਵੀ ਕਹਿ ਦਿੱਤਾ, ਤੇ ਬਹੁਤ ਕੁਝ ਤਫਤੀਸ਼ ਉਹਨਾਂ ਨੇ ਕਰਕੇ ਚਿੱਠਾ ਰੱਖ ਕੇ ਕਹਿੰਦੇ ਵੀ ਮੈਨੂੰ ਹਜੇ 2-4 ਦਿਨ ਹੋਰ ਮਿਲ ਜਾਂਦੇ ਤੇ ਮੈਂ ਬਹੁਤ ਕੁਝ ਪੇਸ਼ ਕਰ ਦੇਣਾ ਸੀ। ਵੇਖੋ ਜੀ ਆਪਾਂ ਕਰਨਾ ਕੀ ਆ ਪੇਸ਼, ਜਿਹੜੀ ਜੇ ਆਪਾਂ ਉੱਥੇ ਵੇਖੀਏ ਨਾ ਵੀ ਜਿਹੜਾ ਪੇਸ਼ ਕਰਨ ਵਾਲਾ ਦੁਨੀਆ ਦੇ, ਜੇ ਉਹ ਬੰਦਾ ਮਰਿਆ ਵੀ ਪਿਆ ਹੁੰਦਾ ਨਾ ਤੇ ਇਹ ਸਾਰਾ ਕੁਝ ਫੇਰ ਵੀ ਪੇਸ਼ ਹੋ ਜਾਣਾ ਸੀ। ਮੰਨ ਕੇ ਚਲੋ ਇਨਕੁਆਰੀ ਤਾਂ ਫੇਰ ਵੀ ਨਹੀਂ, ਬਾਇਓਡਾਟਾ ਤਾਂ ਨਹੀਂ ਨਾ ਮਿਟਣਾ ਸੀਗਾ। ਤੇ ਮੰਨ ਕੇ ਚਲੋ ਜੇ ਆਪਾਂ ਇੱਕ ਪਾਸੇ ਇੰਨੀਆਂ ਤੜੀਆਂ ਮਾਰਦੇ ਆ, ਕਿਉਂਕਿ ਜਿੰਨਾ ਮੈਨੂੰ ਕਈ ਗੱਲ ਐਂ ਲੱਗਦੀ ਆ ਵੀ ਜਾਂ ਇਹਨੇ ਕਿਸੇ ਹਿਸਾਬ ਨਾਲ ਵੀ ਬੋਲਤਾ ਅੰਮ੍ਰਿਤਪਾਲ ਮਹਿਰੋ ਨੇ ਵੀਰ ਨੇ, ਮੰਨ ਕੇ ਚਲੋ ਦੁੱਖ ਤੇ ਇਹ ਗੱਲ ਆ ਵੀ ਪੁਲਿਸ ਜੋ ਬੁਲਾਉਣਾ ਚਾਹੁੰਦੀ ਸੀਗੀ ਜਾਂ ਸਿੱਖ ਸੰਗਤ ਨੂੰ ਰੋਕਣਾ ਚਾਹੁੰਦੀ ਸੀ, ਅੰਮ੍ਰਿਤਪਾਲ ਵੀਰ ਨੇ ਸ਼ਰੇਆਮ ਪੁਲਿਸ ਦੀਆਂ ਬਿਆਨ ਆ ਕੇ ਬਾਹਰ ਦੇਤੇ ਵੀ ਪੁਲਿਸ ਨਾਲ ਆਪਾਂ ਅੰਡਰਸਟੈਂਡਿੰਗ ਕਿਵੇਂ ਕਰ ਸਕਦੇ ਆ ਜੀ, ਤਾਲਮੇਲ ਤਾਂ ਹੋ ਸਕਦਾ। ਜਿਹੜੀ ਇਹ ਗੱਲ ਕਹਿਣੀ ਮੰਨ ਕੇ ਚਲੋ ਵੀ ਕਮਰਾ ਪੁਲਿਸ ਦਾ, ਬੰਦਾ ਸਾਡੇ ਕੋਲ ਆ, ਜੇ ਬੰਦਾ ਤੁਹਾਡੇ ਕੋਲ ਆ ਤੇ ਜਿਉਂਦਾ ਕਿਵੇਂ ਆ, ਫੇਰ ਜਿਉਂਦਾ ਕਿਵੇਂ ਆ, ਫੇਰ ਸਾਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ। ਸਾਡੇ ਤਖਤਾਂ ਤੇ ਆ ਕੇ ਬੀੜੀਆਂ ਸਿੱਟੀਆਂ ਹੋਣ ਤੇ ਆਪਾਂ ਮੂਹਰ ਤੇ ਜਾ ਕੇ ਉਹਦੇ ਨਾਲ ਗੱਲਾਂ ਬਾਤਾਂ ਕਰ ਗਏ, ਉਹਦੀਆਂ ਇਨਕੁਆਇਰੀਆਂ ਕਰ ਗਏ। ਮੰਨ ਕੇ ਚਲੋ ਪੁਲਿਸ ਨੇ ਹਥਿਆਰ ਫੜ ਲਏ, ਤੁਹਾਡੀਆਂ ਬਾਹਾਂ ਤਾਂ ਨਹੀਂ ਟੁੱਟੀਆਂ ਸੀ, ਰਗਾ ਨਹੀਂ ਫੜ ਕੇ ਘੁੱਟ ਸਕਦੇ ਸੀ। ਜੇ ਤਾਂ ਅਸੀਂ ਸੰਤਾਂ ਦੀਆਂ ਗੱਲਾਂ ਕਰਨੀਆਂ ਜਾਂ ਵਾਸਤੇ ਦੁਨੀਆ ਨੂੰ ਪਾਉਣੇ ਆ, ਜਾਂ ਘਰੇ ਬਹਿ ਜਾਓ। ਜੇ ਵਾਸਤੇ ਸੰਗਤਾਂ ਨੂੰ ਪਾਉਣੇ ਆ, ਫਿਰ ਸੰਗਤਾਂ ਨੂੰ ਗਲਤ ਗੁੰਮਰਾਹ ਨਾ ਕਰੋ। ਫਿਰ ਵੇਖੋ ਜੇ ਤਾਂ ਆਪਣਾ ਇੱਕੋ ਇੱਕ ਪੱਖ ਹੋਣਾ ਚਾਹੀਦਾ, ਸੱਚ ਦਾ ਤੇ ਹੱਕ ਦਾ। ਉਹ ਹੱਕ ਤੇ ਸੱਚ ਸਾਡਾ ਇੱਥੇ ਨਿਬੜਦਾ ਸੀਗਾ, ਕਿਉਂਕਿ ਵੇਖੋ ਅੱਜ ਵੀ ਉੱਥੇ ਦਾ ਧਰਨਾ ਲੱਗਾ ਵਿਆ। ਜਿਵੇਂ ਉੱਥੇ ਵੀਰਾਂ ਨੇ ਬਾਅਦ ਚੋਂ ਵੀਡੀਓ ਪਾਈ ਹੈ, ਇੱਕ ਵੀਰ ਉੱਥੇ ਕਹਿੰਦਾ ਵੀ ਅਸੀਂ ਸਾਰੀਆਂ ਸੰਗਤਾਂ ਨੇ ਇਕੱਠੀਆਂ ਕਰਕੇ ਇੱਕ ਤਾਲਮੇਲ ਕਮੇਟੀ ਬਣਾਈ ਸੀ 5 ਜਾਣਿਆਂ ਦੀ, ਜਿਹਦੇ 'ਚ ਅੰਮ੍ਰਿਤਪਾਲ ਸਿੰਘ ਮਹਿਰੋ ਇੱਕ ਸੀ। ਹੁਣ ਮੰਨ ਕੇ ਚਲੋ ਉਹਨਾਂ ਨੂੰ 5 ਨੂੰ ਛੱਡ ਕੇ ਅੰਮ੍ਰਿਤਪਾਲ ਸਿੰਘ ਮਹਿਰੋ ਵੀਰ ਆਂਦਾਗਾ ਵੀ ਮੈਂ ਯਾਰ ਇਕੱਲੇ ਨੇ UAPA ਲਵਾਤੀ, ਫਿਰ ਉਹ 4 ਦਾ ਕੋਈ ਨਹੀਂ ਸੀਗਾ ਉੱਥੇ, ਜਾਂ ਹੋਰ ਜਿੰਨੀਆਂ ਵੀ ਸੰਗਤਾਂ ਇਕੱਠੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕਿਉਂ ਨਹੀਂ ਵੀਡੀਓ ਪਾਈ। ਸਾਨੂੰ ਗੁੰਮਰਾਹ ਕੌਣ ਤਰੀਕਿਆਂ ਤੋਂ ਬਚਣਾ ਪਊਗਾ, ਜਾਂ ਸਾਨੂੰ ਇੰਨੀ ਕੁ ਆਪਦੀ ਸੋਚ ਉੱਚੀ ਸੁੱਚੀ ਕਰਨੀ ਪਊਗੀ। ਜੇ ਸੰਤਾਂ ਦਾ ਅਸੀਂ ਵਜੂਦ ਰੱਖਦੇ ਹਾਂ ਜਾਂ ਸੰਤਾਂ ਨੂੰ ਅਸੀਂ ਆਪਦੇ ਆਈਡਲ ਮੰਨਦੇ ਹਾਂ, ਤੇ ਸਾਡੀ ਯਾਰ ਸੋਚ ਇੰਨੀ ਨਿੱਕੀ ਆ ਵੀ ਆਪਾਂ ਪੁਲਿਸ ਦੀਆਂ ਕਈਆਂ ਗੱਲਾਂ ਤੇ ਆਪਾਂ ਸੰਗਤਾਂ ਨੂੰ ਉਹ ਬਿਆਨ ਕਰ ਰਹੇ ਆ ਤੇ ਸੰਗਤਾਂ ਨੂੰ ਗੁੰਮਰਾਹ ਕਰੀ ਜਾਂਦੇ ਆ। ਮੇਰਾ ਆਪਦਾ ਓਪੀਨੀਅਨ ਇਹ ਹੈ ਜੀ। ਬਿਲਕੁਲ ਵੀਰ ਜੀ, ਜਦੋਂ ਤੁਸੀਂ ਯੁਵਾਪਾ ਲੱਗਾ ਤੁਹਾਡੇ ਤੇ ਤੁਸੀਂ ਬਹੁਤ ਸਾਰੇ ਸਾਲ ਜਿਹੜੇ ਆ ਉਹ ਜੇਲ੍ਹ ਵਿੱਚ ਗੁਜ਼ਾਰੇ ਆ, ਹੁਣ ਅੱਜ ਵੀ ਆ ਕੇ ਪੰਥ ਵਾਸਤੇ ਤੁਸੀਂ ਤਤਪਰ ਹੋ। ਅੱਜ ਕਿਸੇ ਤਰੀਕੇ ਦਾ ਦਬਾਅ ਤਾਂ ਨਹੀਂ ਹੈ ਵੀ ਮੇਰੇ ਉੱਪਰ ਕਿਸੇ ਤਰੀਕੇ ਦਾ ਪ੍ਰਸ਼ਾਸਨ ਦਾ ਦਬਾਅ ਹੋਏਗਾ, ਦੁਬਾਰਾ ਫਿਰ ਮੇਰੇ ਤੇ ਯੂਆਪਾ ਲਾ ਕੇ ਕਿਤੇ ਅੰਦਰ ਸੱਟਣ ਦਾ, ਇਸ ਤਰ੍ਹਾਂ ਦਾ ਖੌਫ ਤਾਂ ਨਹੀਂ ਅੰਦਰ, ਕਦੀ ਵੀ ਐਵੇਂ ਦਾ ਭੈ ਤਾਂ ਨਹੀਂ ਆਉਂਦਾ? ਨਹੀਂ, ਮੈਂ ਤੁਹਾਨੂੰ ਇੱਕ ਹਾਸ ਰਾਸਤੇ ਵਿੱਚ ਥੋੜੀ ਜੀ ਗੱਲ ਦੱਸ ਦਿਆਂ ਇਸ ਮੁੱਦੇ ਤੇ। ਮੈਂ ਨਾ ਜਦੋਂ ਜੇਲ੍ਹ 'ਚ ਗਿਆ ਨਾ ਤੇ ਉੱਥੇ ਇੱਕ ਸਿੰਘ ਸੀਗਾ, ਉਹ ਕਤਲ ਕੇਸ ਦੇ ਵਿੱਚ ਸੀਗਾ, ਤੇ ਉਹਨੇ ਮੈਨੂੰ ਇੱਕ ਗੱਲ ਦੱਸੀ। ਉਹ ਕਹਿੰਦਾ ਵੀ ਬਹਿ ਜਾ ਵੀਰ ਉਰੇ ਆ, ਕਹਿੰਦਾ ਜਿੱਦਣ ਤੇਰਾ ਪਰਿਵਾਰ ਤੈਨੂੰ ਮਿਲਣ ਆਇਆ ਨਾ ਤੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣੀ ਆ ਤੂੰ। ਮੈਂ ਕਿਹਾ ਬਾਈ ਕੀ? ਉਹ ਕਹਿੰਦਾ ਨਾ 2 ਬੁੜੀਆਂ ਲੜੀ ਜਾਂਦੀਆਂ ਸੀ ਆਪਸ ਵਿੱਚ। ਅੱਛਾ। ਜਦੋਂ ਉਹ ਲੜਦੀਆਂ ਆਪਸ ਵਿੱਚ ਮਿਹਨੋ ਮਿਹਨੀ ਹੋਣ ਲੱਗ ਪਈਆਂ ਨਾ ਜੀ, ਤੇ ਇੱਕ ਬੀਬੀ ਆਂਦੀ ਵੀ ਤੇਰਾ ਖਸਮ ਮਰ ਜੇ। ਅੱਛਾ, ਠੀਕ ਹੈ ਜੀ। ਤੇ ਦੂਜੀ ਬੀਬੀ ਆਂਦੀ ਤੇਰਾ ਖਸਮ ਨਿਹੰਗ ਹੋ ਜਾਵੇ। ਅੱਛਾ। ਉਹ ਕਹਿੰਦੀ ਵੀ ਮੈਂ ਤਾਂ ਤੈਨੂੰ ਕਹਿੰਦੀ ਮਰ ਜੇ ਤੇ ਤੂੰ ਕਹਿੰਦੀ ਮੇਰਾ ਨਿਹੰਗ ਹੋ ਜੇ, ਇਹ ਕਿਉਂ? ਕਹਿੰਦੀ ਵੀ ਮੇਰਾ ਤਾਂ ਮਰ ਜੂਗਾ, ਮੈਂ ਤਾਂ ਜਾਊਂਗੀ ਛੁੱਟ। ਤੇਰੇ ਵਾਲਾ ਜਦੋਂ ਨਿਹੰਗ ਹੋ ਗਿਆ, ਨਾ ਉਹਨੇ ਘਰੇ ਵੜਨਾ, ਨਾ ਅੰਦਰ ਰਹਿਣਾ, ਨਾ ਘਰੇ ਰਹਿਣਾਗਾ, ਨਾ ਤੂੰ ਮਰਿਆਂ 'ਚ ਨਾ ਤੂੰ ਜਿਉਂਦਿਆਂ 'ਚ। ਯਾਨੀ ਕਿ ਉਹਦਾ ਕਹਿਣ ਦਾ ਮਤਲਬ ਸੀ ਸਾਨੂੰ
ਇੰਨੇ ਕੁ ਸਿਆਪੇ ਕੌਮ ਦੇ ਵਿੱਚ ਅੱਜ ਸਾਨੂੰ ਇੰਨੀਆਂ ਕੁ ਪੀੜਾਂ ਝੱਲਣੀਆਂ ਪੈਂਦੀਆਂ ਗਾ ਵੀ ਅਸੀਂ ਘਰ ਜੋਗੇ ਰਹਿ ਨਹੀਂ ਜਾਂਦੇ। ਤੇ ਪਿਛਲੇ 2015 ਤੋਂ ਜਦੋਂ ਬਗਰਾੜੀ ਅੰਗ ਖਿਲਾਰੇ ਸੀਗੇ ਨਾ ਜੀ, ਬਗਰਾੜੀ ਅੰਗ ਜਦੋਂ ਖਿਲਰਦੇ ਆ ਤੇ ਉਦੋਂ ਨਾ ਜੀ ਜਦੋਂ ਮੈਂ ਖੇਤ ਫਸਲ ਤੇ ਆਪਦੀ ਤੇ ਸਪਰੇਅ ਕਰਦਾ ਸੀਗਾ, ਉਸ ਦਿਨ ਦੀ ਡਰਮੀ ਛੱਡੀ ਵੀ ਆ ਜੀ, ਕਈ ਛੱਡੀ ਵੀ ਆ। ਅੱਜ 6ਵਾਂ ਸਾਲ ਆਪਾਂ ਨੂੰ ਚੱਲਦਾ ਸੱਚੇ ਪਾਤਸ਼ਾਹ ਦੀ ਦਇਆ ਨਾਲ, ਜਿਹਦੇ ਵਿੱਚ 3.5 ਸਾਲ ਜੇਲ੍ਹ 'ਚ ਕੱਟ ਲਏ। ਠੀਕ ਹੈ ਜੀ। ਪਰਿਵਾਰ ਦੇ ਮੂਹਰੇ ਹੱਥ ਜੋੜਤੇ ਆ ਵੀ ਜੋ ਜ਼ਮੀਨ ਜਾਇਦਾਦ ਹੈਗੀ ਆ ਇਹਦੇ ਚੋਂ ਜਿਵੇਂ ਮਰਜ਼ੀ ਚੰਗੀ ਰੋਟੀ ਖਾ ਲਓ ਮਾੜੀ ਖਾ ਲਓ, ਆਪਦੀ ਖਾ ਲਓ। ਤੇ ਸਾਡਾ ਤਾਂ ਹੁਣ ਪੰਥ ਦੇ ਆ ਵੀ ਨਾ ਅਸੀਂ ਮਰਿਆਂ ਚ ਨਾ ਜਿਉਂਦਿਆਂ ਚ, ਕਿਉਂਕਿ ਨਿੱਤ ਸਾਡੇ ਨਾਲ ਇਹੋ ਜਿਹੇ ਸਲੂਕ ਹੁੰਦੇ ਆ ਜੀ, ਨਿੱਤ ਸਾਡੇ ਨਾਲ ਕੋਈ ਨਾ ਕੋਈ ਸਾਡੇ ਨਾਲ ਖਿਲਵਾੜ ਇਹੋ ਜਿਹਾ ਕੀਤਾ ਜਾਂਦਾ ਵੀ ਜਿਹਦੇ ਨਾਲ ਅਸੀਂ ਨਾ ਜਿਉਂਦਿਆਂ ਚ ਰਹਿ ਸਕਦੇ ਆ ਨਾ ਮਰਿਆਂ ਚ ਰਹਿ ਸਕਦੇ ਆ। ਕਿਉਂਕਿ ਸਾਨੂੰ ਮੰਨ ਕੇ ਚਲੋ ਜਿਹੜੇ ਆਪਣੇ ਜਥੇਦਾਰ ਆ ਹੁਣ ਇਹਨਾਂ ਕੋਲੇ ਜਿਵੇਂ ਬਗਰਾੜੀ ਵਾਲੇ ਮੋਰਚੇ ਨੂੰ ਕਿਵੇਂ ਤਬਾਹ ਕੀਤਾ ਇਹਨਾਂ ਨੇ, ਅੱਜ ਕਿਸੇ ਤੋਂ ਲੁਕਿਆ ਨਹੀਂ। ਜੇ ਇੱਕ ਵੀਰ ਨੇ ਮੇਰੇ ਤੋਂ ਇੱਕ ਪਿੱਛੇ ਜੇ ਸਵਾਲ ਪੁੱਛਿਆ ਸੀਗਾ ਵੀ ਰੋਹ ਕਿਉਂ ਮੁੱਕਦਾ ਜਾਂਦਾ ਨੌਜਵਾਨੀ ਦੇ ਵਿੱਚ, ਹੁਣ ਅਸੀਂ ਨਾਰਮਲ ਲੋਕ ਆ ਜੀ, 3-4 ਕਿੱਲੇ ਪੈਲੀਆਂ ਵਾਲੇ, ਠੀਕ ਆ। ਆਪਾਂ 3 ਮੇਰੇ ਜਿਵੇਂ ਬੱਚੇ ਆ, ਹੁਣ ਆਪਾਂ ਬੱਚਿਆਂ ਨੂੰ ਵੀ ਪਾਲਣਾ। ਮੰਨ ਕੇ ਚਲੋ ਜਦੋਂ ਆਪਣੇ ਆਗਾ ਘਰੇ ਜਾਂ ਲੱਗਦੀ ਆ, ਜਦੋਂ ਬਾਹਰ ਕੋਈ ਆਪਾਂ ਨੂੰ ਦੱਸਦਾ ਯਾਰ ਇੱਥੇ ਬੇਅਦਬੀ ਹੋ ਗਈ ਜਾਂ ਚੱਲ ਗਏ ਜਾਂ ਐਂ ਕਰ ਗਏ, ਜਦੋਂ ਅਸੀਂ ਜਾਂਦੇ ਆ ਇਕੱਠੇ ਹੋ ਕੇ ਜਾਂਦੇ ਆ, ਖਰਚਾ ਤਾਂ ਡੇਲੀ ਹੋਣਾ ਜੀ। ਹੁਣ ਬਗਰਾੜੀ ਜਾਣਾ ਜਾਂ 4 ਭੈਣ ਭਰਾ ਹੋਰ ਲਿਜਾਣੇ ਜਾਂ ਹੁਣ ਆਨੰਦਪੁਰ ਸਾਹਿਬ ਜਾਵਾਂਗੇ, ਕਿਵੇਂ ਜਾਣਗੇ ਉਹ ਨੌਜਵਾਨ? ਤੇ ਗਾਂ ਜਦੋਂ ਮਿਲਦਾ ਅਗਲਾ ਕਹਿੰਦਾ ਯਾਰ ਕਰਨੀ ਤਾਂ ਮੰਡ ਵਾਲੀ ਇਹਨਾਂ ਨੇ। ਠੀਕ ਹੈ ਜੀ। ਫਿਰ ਮੰਡ ਦੀ ਇਕੱਲੇ ਦਾ ਕਸੂਰ ਨਹੀਂ ਗਾ ਇਸ ਵਿੱਚ, ਮੰਨ ਕੇ ਚਲੋ ਜਦੋਂ ਐਡੇ ਕੈਬਨਿਟ ਮਿਨਿਸਟਰ ਉਹਦੇ ਲਿਆ ਕੇ ਚਾਰੇ ਪਾਸੇ ਬਹਾਤੇ, ਮੀਟਿੰਗਾਂ ਕਰਨ ਵਾਲਾ ਦਾਦੂਵਾਲ, ਠੀਕ ਆ, ਜਥੇਦਾਰ। ਅੱਜ ਮੰਨ ਕੇ ਚਲੋ ਅੱਗੇ ਆਪਾਂ ਇਹ ਨਾ ਸੋਚਦੇ ਹੁੰਦੇ ਸੀਗੇ ਵੀ ਜਗੀਰਾਂ ਮਿਲਦੀਆਂ, ਜਦੋਂ ਅਸੀਂ ਪੰਥ ਦੇ ਉਲਟ ਜਾਂ ਕਹਿੰਦੇ ਵੀ ਗਦਾਰੀ ਕੌਮ ਨਾਲ ਕਰਨੀ ਹੁੰਦੀ ਸੀ, ਉਹਨੂੰ ਜਗੀਰਾਂ ਮਿਲਦੀਆਂ। ਤੇ ਅੱਜ ਇਹਨਾਂ ਨੂੰ ਜਗੀਰਾਂ ਮਿਲੀਆਂ ਵੀਆਂ। ਅੱਜ ਇਹਨੂੰ ਦਾਦੂਵਾਲ ਸਾਹਿਬ ਨੂੰ, ਮੈਨੂੰ ਇਸ ਗੱਲ ਤੇ ਵਿੱਚ ਕੋਈ ਰੱਤਾ ਭਰ ਵੀ ਨਹੀਂ ਗਾ ਕਹਿਣ ਦੇ ਵਿੱਚ ਗਰੇਜਗਾ ਵੀ ਅੱਜ ਇਹਨਾਂ ਨੂੰ ਪੰਥ ਵੇਚਣ ਦੇ ਵਿੱਚ, ਬਗਰਾੜੀ ਮੋਰਚਾ ਵੇਚਣ ਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣੇ ਵਾਲੀ ਦਾ ਪ੍ਰਧਾਨਗੀ ਮਿਲੀ ਆ, ਉਹ ਜਗੀਰ ਮਿਲੀ ਹੈ ਇਹਨਾਂ ਨੂੰ, ਉਹ ਵੇਚਣ ਦੇ ਕਰਕੇ। ਬਹੁਤ ਕੁਝ ਅਸੀਂ ਪ੍ਰਾਪਤੀ ਕੀਤੀ ਹੈ, ਤੁਹਾਨੂੰ ਕਿਹੜੀਆਂ ਪ੍ਰਾਪਤੀਆਂ ਗਿਣਾਈਏ? ਉਹ ਤਾਂ ਦਾਅਵਾ ਕਰਦੇ ਆ ਬਹੁਤ ਕੁਝ ਪ੍ਰਾਪਤੀਆਂ ਹੋਈਆਂ। ਪ੍ਰਾਪਤੀਆਂ ਤਾਂ ਹੀ ਕੌਮ 400 ਤੋਂ ਵੱਧ ਨੌਜਵਾਨ ਜੇਲ੍ਹਾਂ 'ਚ ਬੈਠਾ, ਇਹ ਏਸੀ ਵਾਲੇ ਕਮਰਿਆਂ 'ਚ ਬੈਠੇ ਆ, ਪੈਸਾ ਇਹਨਾਂ ਨੂੰ ਬਣ ਗਿਆ, ਸਾਰਾ ਕੁਝ ਇਹਨਾਂ ਨੂੰ ਬਣ ਗਿਆ। ਇਹਨਾਂ ਦੀਆਂ ਵਾਕਈ ਪ੍ਰਾਪਤੀਆਂ, ਉਹਦੇ 'ਚ ਕੋਈ ਸ਼ੱਕ ਨਹੀਂ ਗਾ, ਕਿਉਂਕਿ ਹਰਿਆਣੇ ਦੇ ਕਮੇਟੀ ਕਿੱਥੇ ਦੂਰ ਸੀਗੀ, ਕਿੱਥੇ ਇਹ ਆਮ ਬਾਬਾ ਜੀ ਸੀਗੇ, ਅੱਜ ਇਹ ਜਥੇਦਾਰ ਬਣ ਕੇ ਪ੍ਰਧਾਨ ਹੋ ਗਏ ਆ। ਵਾਕਈ ਪ੍ਰਾਪਤੀਆਂ ਇਹਨਾਂ ਦੀਆਂ। ਕੈਪਟਨ ਸਾਹਿਬ ਨਾਲ ਸਿੱਧੀਆਂ ਗੱਲਾਂ ਹੋ ਗਈਆਂ। ਜਸਟਿਸ ਕਮਿਸ਼ਨ ਰਣਜੀਤ ਸਿੰਘ ਨੇ ਜਿਹੜੇ ਇਹਨਾਂ ਤੇ ਇੱਕ ਪਿਛਲੇ ਕੇਸ ਚੱਲਦੇ ਸੀਗੇ, ਉਹਨਾਂ 'ਚੋਂ ਸਾਰਿਆਂ 'ਚੋਂ ਬਰੀ ਕਰਤਾ ਇਹਨਾਂ ਨੂੰ। ਇਹਨਾਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ। ਕੈਪਟਨ ਸਾਹਿਬ ਨੂੰ ਜਾ ਕੇ ਇਹ ਅੰਦਰਾਂ ਤਾਂ ਹੀ ਮਿਲਦੇ ਆ, ਵਾਕਈ ਬਹੁਤ ਵੱਡੀਆਂ ਪ੍ਰਾਪਤੀਆਂ। ਆਮ ਸਿੱਖ ਨਹੀਂ ਕਰ ਸਕਦਾ, ਕਿਉਂਕਿ ਸਿੱਖ ਨੇ ਤਾਂ ਕੌਮ ਲਈ ਸੋਚਣਾ ਹੁੰਦਾ ਗਾ, ਇਹਨਾਂ ਨੇ ਜਗੀਰਾਂ ਲਈ ਸੋਚਣਾ। ਪਿੱਛੇ ਵੀ ਵਿਵਾਦ 'ਚ ਰਹੇ ਨੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ, ਬਾਬਾ ਜੀ ਦਾਦੂਵਾਲ ਸਾਹਿਬ ਵਾਲੇ, ਉਹ ਜਿਵੇਂ ਵਿਜੇ ਸਾਂਪਲਾਂ ਦੇ ਨਾਲ ਉਹਨਾਂ ਦੀ ਮੀਟਿੰਗ, ਖੱਟੜ ਦੇ ਨਾਲ ਮੀਟਿੰਗ, ਕਿਸਾਨਾਂ ਨੇ ਆ ਕੇ ਉਹਨਾਂ ਦਾ ਘਰਾਓ ਤੱਕ ਵੀ ਕੀਤਾ। ਵੀਰ ਜੀ, ਕਿਤੇ ਨਾ ਕਿਤੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਬਾਬਾ ਦਾਦੂਵਾਲ ਤੇ ਲੱਗੇ ਆ। ਹੁਣ ਮੈਂ ਨਾ ਇੱਕ ਨਿੱਕਾ ਜਿਹਾ ਕਮੈਂਟ ਕਰਨਾ, ਇਹ ਦਾਦੂਵਾਲ ਸਾਹਿਬ ਨਾ ਆਪਦੀ ਪੱਗ ਦਾ ਸਟਾਈਲ ਗੋਲ ਬੰਨ੍ਹਦੇ ਨਹੀਂ, ਗੋਲ ਬੰਨ੍ਹਦੇ ਦਸਤਾਰ ਇਹ ਹੁਣ ਜਿੱਦਣ ਵਿਜੇ ਸਾਂਪਲਾਂ ਨੂੰ ਮਿਲਣ ਜਾਂਦੇ ਆ, ਤੁਹਾਡੇ ਵਾਂਗੂ 3 ਚੁੰਡੀ ਕਰਨ ਲੱਗ ਪਏ ਜੀ। ਹੁਣ ਲੜ, ਤੁਸੀਂ ਧਿਆਨ ਨਾਲ ਵੇਖਿਓ, ਜਾਨੀ ਕਿ ਵੇਖੋ ਇਹਨਾਂ ਦਾ ਕੰਮ ਗਿਆ ਹੁਣ ਵੀ ਸਰਕਾਰੀ ਪੱਗ 'ਚ ਆਉਣਾ ਇਹਨਾਂ ਨੇ। ਅੱਛਾ, ਸ਼ਰੇਆਮ ਤਾਂ ਹੁਣ ਇੱਕੋ ਦਮ ਤਾਂ ਆ ਨਹੀਂ ਸਕਦੇਗੇ, ਠੀਕ ਆ, ਇਹ ਢੰਗ ਨਾਲ ਹੌਲੀ ਹੌਲੀ ਆਉਣਗੇ। ਫਿਰ ਮੰਨ ਕੇ ਚਲੋ ਇਹ ਕਹਿੰਦੇ ਆ ਵੀ ਉਹ ਇੱਕ ਅਹੁਦੇ ਤੇ ਆ, ਇੱਕ ਸੰਵਿਧਾਨਿਕ ਅਹੁਦੇ ਤੇ ਆ, ਤੇ ਮੈਂ ਵੀ ਸੰਵਿਧਾਨਿਕ ਅਹੁਦੇ ਤੇ ਆ, ਜਿਹਦੇ ਕਰਕੇ ਮਿਲਣਾ ਜ਼ਰੂਰੀ ਆ। ਮੰਨ ਕੇ ਚਲੋ ਮਿਲਣਾ ਹੋ ਸਕਦਾ ਜ਼ਰੂਰੀ ਹੋਵੇ, ਪਰ ਜਿੰਨਾ ਪੰਜਾਬ ਦਾ ਸੰਘਰਸ਼ ਜਾਂ ਹਰਿਆਣੇ ਦਾ ਸੰਘਰਸ਼ ਨੂੰ ਮੱਦੇ ਨਜ਼ਰ ਦੇਖਦਿਆਂ ਹੋਇਆਂ ਇਹ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਸੀਗੇ ਵੀ ਅਸੀਂ ਤਾਂ ਚੈਲੰਜ ਕਰਦੇ ਆ। ਮੰਨ ਕੇ ਚਲੋ ਇਹਨਾਂ ਨੇ ਕਿਹਾ ਦਿੱਲੀ ਵਾਲੀ ਪ੍ਰਧਾਨ ਨੂੰ ਮਿਲੇ, ਠੀਕ ਆ, ਇੱਥੇ ਹਰਪ੍ਰੀਤ ਸਿੰਘ ਜੀ ਨੂੰ ਮਿਲੇ, ਸਾਰਿਆਂ ਨੂੰ ਮਿਲੇ ਹੋਣਗੇ, ਪਰ ਤੁਹਾਨੂੰ ਕੌਮ ਆਪਦਾ ਸਮਝਦੀ ਸੀਗੀ ਵੀ ਇਹ ਸਾਡੇ ਨਾਲ ਖੜਨਗੇ, ਪਰ ਇਹ ਹਰਪ੍ਰੀਤ ਸਿੰਘ ਘਰਾਂ ਤੋਂ ਜਾਂ ਹੋਰ ਕਿਸੇ ਤੋਂ ਵੀ ਇਹ ਸੇਮ ਹੀ ਆ ਜੀ, ਇੱਕੋ ਹੀ ਆ। ਚਲੋ ਦਿਲ ਦੀਆਂ ਗਹਿਰਾਈਆਂ ਤੋਂ ਵੀਰ ਜੀ ਗੁਰਪ੍ਰੀਤ ਸਿੰਘ ਜੀ ਤੁਹਾਡਾ ਧੰਨਵਾਦ ਹੈ। ਸਾਡੇ ਚੈਨਲ ਤੇ ਆ ਕੇ ਤੁਸੀਂ ਬਹੁਤ ਵਧੀਆ ਪੱਖ ਰੱਖਿਆ। ਯੂਆਪੇ ਦੇ ਅੰਦਰ ਕਿਸ ਤਰੀਕੇ ਦੇ ਨਾਲ ਨੌਜਵਾਨ ਸਾਡੇ ਆ ਉਹ ਜੇਲ੍ਹਾਂ ਦੇ ਵਿੱਚ ਰੋ ਰਹੇ ਨੇ, ਕੋਈ ਵੀ ਉਹਨਾਂ ਦੀ ਬਾਤ ਨਹੀਂ ਪੁੱਛ ਰਿਹਾ, ਤੇ ਨਜਾਇਜ਼ ਹੀ ਨੌਜਵਾਨਾਂ ਨੂੰ ਚੁੱਕ ਕੇ ਉਹਨਾਂ ਤੇ ਅੰਨਾ ਤਸ਼ੱਦਦ ਕੀਤਾ ਜਾ ਰਿਹਾ, ਤੇ ਉਹਨਾਂ ਤੇ ਇਸ ਪ੍ਰਕਾਰ ਵੀ ਤਸ਼ੱਦਦ ਕੀਤਾ ਜਾ ਰਿਹਾ ਵੀ ਜਿਹੜੇ ਪਹਿਲਾਂ ਹੀ ਜੇਲ੍ਹਾਂ ਦੇ ਵਿੱਚ ਰੋ ਰਹੇ ਨੇ, ਜੇਲ੍ਹਾਂ ਵਿੱਚ ਬੈਠੇ ਆ,
ਤੇ ਕਿਸੇ ਹੋਰ ਤਰੀਕੇ ਦੇ ਨਾਲ ਹੋਰ ਕੇਸਾਂ ਨਾਲ ਜੋੜ ਕੇ ਤੇ ਜੇਲ੍ਹ ਦੇ ਵਿੱਚੋਂ ਲਿਆ ਕੇ ਹੀ ਦੁਬਾਰਾ ਤੋਂ ਉਹਨਾਂ ਨੂੰ ਰਿਮਾਂਡ ਤੇ ਜਿਹੜਾ ਉਹਨਾਂ ਨੂੰ ਲਿਆ ਜਾ ਰਿਹਾ ਤੇ ਫਿਰ ਦੁਬਾਰਾ ਤੋਂ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ। ਜਿਸ ਤਰੀਕੇ ਦੇ ਨਾਲ ਵੀਰ ਜੀ ਨੇ ਦੱਸਿਆ ਕਿ ਮੇਰੇ ਉੱਪਰ ਵੀ ਤਸ਼ੱਦਦ ਅੰਨਾ ਕੀਤਾ ਗਿਆ ਤੇ ਮੇਰੇ ਤੋਂ ਵੀ 2 ਵਾਰ ਰਿਮਾਂਡ ਲਿਆ ਗਿਆ, ਮੈਨੂੰ 2 ਵਾਰ ਰਿਮਾਂਡ ਤੇ ਲਿਆ ਗਿਆ ਤੇ ਅੰਨਾ ਤਸ਼ੱਦਦ ਮੇਰੇ ਤੇ ਵੀ ਢਾਇਆ ਗਿਆ। ਇਸ ਵਾਸਤੇ ਦਰਸ਼ਕੋ ਆਉਣ ਵਾਲੇ ਸਮੇਂ ਦੇ ਸਿੱਟੇ ਦੇਖੋ ਕੈਸੇ ਹੁੰਦੇ ਆ। ਜਿਸ ਤਰੀਕੇ ਦੇ ਨਾਲ ਸਰਕਾਰਾਂ, ਜਿਸ ਤਰੀਕੇ ਦੇ ਨਾਲ ਸਿੱਖ ਪੰਥ ਦੀਆਂ ਜਿਹੜੀਆਂ ਐਂਟੀ ਪਾਰਟੀਆਂ ਨੇ ਸਿੱਖ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਨੇ, ਕਿਸ ਤਰੀਕੇ ਦੇ ਨਾਲ ਚਾਲਾਂ ਚੱਲਦੀਆਂ ਨੇ, ਅੱਜ ਸਾਨੂੰ ਬਚਣ ਦੀ ਲੋੜ ਹੈ। ਮੈਨੂੰ ਲੱਗਦਾ ਅਸੀਂ ਤਾਂ ਬਚ ਸਕਦੇ ਹਾਂ ਜਿੰਨਾ ਚਿਰ ਸਾਡੀ ਏਕਤਾ ਨਹੀਂ ਹੁੰਦੀ, ਜਿੰਨਾ ਚਿਰ ਅਸੀਂ ਪਾਟੇ ਰਵਾਂਗੇ, ਆਪੋ ਧੜ ਵਿੱਚ ਰਹਾਂਗੇ ਤੇ ਮੈਨੂੰ ਲੱਗਦਾ ਵੀ ਅਸੀਂ ਇਸੇ ਤਰ੍ਹਾਂ ਹੀ ਇਹਨਾਂ ਦਾ ਸ਼ਿਕਾਰ ਹੁੰਦੇ ਰਵਾਂਗੇ। ਇਸੇ ਪ੍ਰਕਾਰ ਹੀ ਸਾਡੀ ਜਿਹੜੀ ਜਵਾਨੀ ਉਹ ਜੇਲ੍ਹਾਂ ਦੇ ਵਿੱਚ ਰੁਲਦੀ ਰਹੇਗੀ। ਜਦੋਂ ਸਾਡੀ ਏਕਤਾ ਹੋਏਗੀ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਵਾਂਗੇ ਤੇ ਕਿਤੇ ਨਾ ਕਿਤੇ ਸਾਡੀ ਜਿੱਤ ਜ਼ਰੂਰ ਹੋਏਗੀ। ਕਿਸੇ ਨਵੇਂ ਮੁੱਦੇ ਤੇ ਦੁਬਾਰਾ ਤੋਂ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਹੁਣ ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।